ਸਾਡੇ ਨਾਲ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਤੇ ਜੁੜੇ ਸਰੋਤਿਆਂ ਦਾ ਬਹੁਤ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅਨੰਤਦੀਪ ਸਿੰਘ ਢਿੱਲੋਂ, ਕਨਵੀਨਰ ਨਾਰਥ ਅਮਰੀਕਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਤੇ ਅੱਜ ਇਸ ਖਾਸ ਬ੍ਰੌਡਕਾਸਟ ਦੇ ਵਿੱਚ ਮੇਰੇ ਨਾਲ ਜੁੜੇ ਹਨ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਜੋ ਓਹਾਇਓ ਸੂਬੇ ਤੋਂ, ਅਮਰੀਕਾ ਦੇ ਓਹਾਇਓ ਸੂਬੇ ਤੋਂ ਸਾਡੇ ਨਾਲ ਇਸ ਖਾਸ ਮੁਲਾਕਾਤ ਵਿੱਚ ਜੁੜ ਰਹੇ ਹਨ। ਆਓ ਉਹਨਾਂ ਦਾ ਸਵਾਗਤ ਕਰੀਏ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਨਮਸਤੇ। ਜਿੱਥੇ ਵੀ ਪੂਰੀ ਦੁਨੀਆ ਵਿੱਚ, ਹੁਣ ਤੇ ਸਾਡੇ ਨਾਲ ਸਾਰੀ ਐਕਚੁਅਲੀ ਦੁਨੀਆ ਵਿੱਚ ਹੀ ਕਾਫੀ ਜੁੜੇ ਨੇ ਪੰਜਾਬੀ, ਸੋ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਮੀਪ ਜੀ, ਅੱਜ ਆਪਾਂ ਇਸ ਖਾਸ ਬ੍ਰੌਡਕਾਸਟ ਤੇ ਖਾਸ ਵਿਸ਼ੇਸ਼ ਪੇਸ਼ਕਸ਼ ਤੇ ਜੁੜੇ ਹਾਂ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ, ਬੜਾ ਰੌਲਾ ਅੱਜ ਕੱਲ੍ਹ ਚੱਲ ਰਿਹਾ, ਇੱਕ ਨਵੀਂ ਕੋਈ ਹਵਾਈ ਕੰਪਨੀ ਅੰਮ੍ਰਿਤਸਰ ਨਾਲ ਜੋੜਨ ਜਾ ਰਹੀ ਹੈ ਕੈਨੇਡਾ ਨੂੰ, ਇਹਦੇ ਬਾਰੇ ਕੁਝ ਚਾਨਣਾ ਪਾਓ। ਹਾਂਜੀ ਅਨੰਤ, ਬੜੇ ਲਜਾਣੇ ਦਾ ਮੈਸੇਜ ਵੀ ਆ ਰਹੇ ਨੇ। ਨਿਊਜ਼ ਕਿਹੜੀ ਏਅਰਲਾਈਨ ਆ, ਕਿੱਥੋਂ ਦੀ ਆ, ਤੇ ਇਹ ਸਿੱਧੀ ਫਲਾਈਟ, ਕੋਈ ਕਹਿ ਰਿਹਾ ਸਿੱਧੀ ਫਲਾਈਟ ਆ। ਜਦੋਂ ਪਤਾ ਲੱਗਦਾ ਯਾਰ ਇਹ ਤੇ ਉਧਰੋਂ ਮਿਲਾਨ ਥਾਣੀ ਆ ਰਹੀ, ਇਟਲੀ ਥਾਣੀ, ਤੇ ਸਿੱਧੀ ਨਾ ਹੋਈ। ਸੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਪਿਛਲੇ ਹਫਤੇ ਆਪਾਂ ਜਿਹੜੀ ਸਾਡੇ ਵੱਲੋਂ ਵੀ ਅਸੀਂ ਕਵਾਂਗੇ ਨਿਊਜ਼ ਗਈ ਸੀ, ਤੇ ਅਸੀਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਸੀ ਕਿ 6 ਅਪ੍ਰੈਲ ਨੂੰ ਅੰਮ੍ਰਿਤਸਰ ਤੇ ਟੋਰਾਂਟੋ ਦਾ ਜਿਹੜਾ ਕਨੈਕਟੀਵਿਟੀ ਹੈ ਉਹ ਸੁਖਾਲੀ ਹੋ ਰਹੀ ਹੈ, ਤੇ ਇਹਨੂੰ ਸਿੱਧੀ ਵੀ ਕਹਿ ਲਓ, ਪਰ ਸਿੱਧੀ ਨਾਨ ਸਟਾਪ ਤੇ ਡਾਇਰੈਕਟ ਫਲਾਈਟ, ਦੋ ਅੰਗਰੇਜ਼ੀ ਦਾ ਟਰਮ ਆ, ਨਾਨ ਸਟਾਪ ਤੇ ਡਾਇਰੈਕਟ। ਇਹ 'ਚ ਫਰਕ ਕੀ ਆ, ਖੈਰ ਉਹ ਤੇ ਫਿਰ ਦੱਸਾਂਗੇ, ਪਰ ਇਹ ਦੱਸ ਦਈਏ ਕਿ ਇਸ ਸਮੇਂ ਪੰਜਾਬੀਆਂ ਕੋਲ ਕੋਈ ਵਿਕਲਪ ਨਹੀਂ ਹੈਗਾ ਕਿ ਉਹ ਦਿੱਲੀ ਤੋਂ ਬਿਨਾਂ, ਦਿੱਲੀ ਨੂੰ ਛੱਡ ਕੇ, ਕਿ ਦਿੱਲੀ ਰਾਹੀਂ ਟੋਰਾਂਟੋ ਪਹੁੰਚ ਸਕਣ, ਦਿੱਲੀ ਨਾ ਜਾਣ ਤੇ ਟੋਰਾਂਟੋ ਪਹੁੰਚ ਸਕਣ। ਹਾਂ, ਇੱਕ ਜ਼ਰੂਰ ਹੈ, ਉਹ ਹੈ ਅੰਮ੍ਰਿਤਸਰ ਦੋਹਾ, ਤੇ ਦੋਹਾ ਤੋਂ ਮੌਂਟਰੀਅਲ, ਮੌਂਟਰੀਅਲ ਤੋਂ ਫਿਰ ਟੋਰਾਂਟੋ ਆਣਗੇ, ਪਰ ਉਹ ਦੋ ਕਨੈਕਸ਼ਨ ਬਣ ਜਾਂਦੇ ਨੇ, ਦੋ ਸਟਾਪ। ਬਿਲਕੁਲ ਜੀ। ਤੇ ਜਾਂ ਫਿਰ 에ਅਰ ਇੰਡੀਆ ਤੇ ਅੰਮ੍ਰਿਤਸਰ ਤੋਂ ਦਿੱਲੀ, ਫਿਰ ਦਿੱਲੀ ਤੋਂ ਟੋਰਾਂਟੋ। ਇਸ ਵਿੱਚ ਇਹ ਦੱਸਣਾ, ਵਿਕਲਪ ਤੇ ਦਿੱਲੀ ਥਾਣੀ ਬੜੇ ਨੇ, ਪਰ ਇਹ ਜਿਹੜਾ ਵਿਕਲਪ ਹੈ ਉਹ ਇਹ ਹੈ ਕਿ ਅੰਮ੍ਰਿਤਸਰ ਮਿਲਾਨ, ਨਿਓਜ਼ 에ਅਰਲਾਈਨ ਜਿਹੜੀ ਹੈ ਇਟਲੀ ਦੀ 에ਅਰਲਾਈਨ ਹੈ, ਤੇ ਇਹ ਇੱਕ ਫੁੱਲ ਸਰਵਿਸ ਕੈਰੀਅਰ ਹੈ। ਕਾਫੀ ਲੋਕ ਕਹਿ ਰਹੇ ਨੇ ਲੋ ਕਾਸਟ ਕੈਰੀਅਰ, ਇਹ ਲੋ ਫੇਅਰ ਕੈਰੀਅਰ ਕਹਿ ਸਕਦੇ, ਕਹਿੰਦੇ ਅਸੀਂ ਲੋ ਫੇਅਰ ਦਿੰਦੇ ਆ, ਪਰ ਇਹ ਲੋ ਕਾਸਟ ਨਹੀਂ ਹੈ। ਲੋ ਕਾਸਟ ਵਿੱਚ ਕੋਈ ਲਗੇਜ ਨਹੀਂ ਅਲਾਉਡ ਹੁੰਦਾ ਹੈ, ਪਰ ਕਈਆਂ 'ਚ ਪਰ ਉਹ ਪੈਸੇ ਦੇਣੇ ਪੈਂਦੇ ਆ। ਸੋ ਇਹ ਜਿਹੜੀ 에ਅਰਲਾਈਨ ਹੈ ਇਟਲੀ ਦੀ, ਬਹੁਤ ਮੁਲਕਾਂ ਨੂੰ, ਅਸੀਂ ਦਿਖਾਵਾਂਗੇ ਸਕਰੀਨ ਤੇ ਕਿਹੜੇ ਕਿਹੜੇ ਮੁਲਕਾਂ ਤੇ ਇਹ ਜਾਂਦੀ ਹੈ। ਸੋ ਉਹਨਾਂ ਨੇ ਹੁਣ ਅੰਮ੍ਰਿਤਸਰ ਮਿਲਾਨ ਜਿਹੜੀ ਫਲਾਈਟ ਸ਼ੁਰੂ ਕੀਤੀ ਸੀ ਕੋਵਿਡ ਦੇ ਦੌਰਾਨ, ਤੇ ਰੈਗੂਲਰ ਸ਼ਡਿਊਲ ਫਲਾਈਟਸ, ਉਹ ਮਿਲਾਨ ਨੂੰ ਟੋਰਾਂਟੋ ਨਾਲ, ਅੰਮ੍ਰਿਤਸਰ ਨੂੰ ਟੋਰਾਂਟੋ ਨਾਲ ਵਾਇਆ ਮਿਲਾਨ ਜੋੜਨ ਜਾ ਰਹੇ ਨੇ 6 ਅਪ੍ਰੈਲ ਤੋਂ। ਠੀਕ ਹੈ ਜੀ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦਾ ਲਿੰਕ ਜੋ ਸਿੱਧਾ ਕਿਸੇ ਮੁਲਕ ਦੇ ਰਾਹੀਂ ਹੁੰਦਾ ਸੀ 2010-11 ਤੱਕ, 에ਅਰ ਇੰਡੀਆ ਦੇ ਉਡਾਨਾਂ ਜੋ ਚੱਲਦੀਆਂ ਰਹੀਆਂ, ਜੈਟ 에ਅਰਵੇਜ਼ ਚੱਲਦੀ ਰਹੀ, ਜੋ ਟੁੱਟ ਗਿਆ ਸੀ, ਉਹ ਦੁਬਾਰਾ ਜੁੜਨ ਜਾ ਰਿਹਾ। ਕੀ ਇਹ ਠੀਕ ਹੈ? ਹਾਂਜੀ, ਅੰਮ੍ਰਿਤਸਰ ਦਾ ਹੀ ਕਵਾਂਗੇ ਕਿ ਲੰਡਨ ਰਾਹੀਂ, ਪਹਿਲਾਂ ਬਰਮਿੰਗਮ ਰਾਹੀਂ ਚਾਹੁੰਦੇ ਸੀ, ਅੰਮ੍ਰਿਤਸਰ ਬਰਮਿੰਗਮ ਜਹਾਜ਼ ਰੁਕਦਾ ਸੀ 2 ਘੰਟੇ, ਫਲਾਈਟ ਨੰਬਰ ਸੇਮ ਰਹਿੰਦਾ ਸੀ, ਤੇ ਉਹ ਫਿਰ ਟੋਰਾਂਟੋ ਪਹੁੰਚਦਾ ਸੀ। ਫਿਰ ਉਹਨਾਂ ਨੇ 2008 ਦੇ ਅਖੀਰ ਵਿੱਚ ਉਹਨੂੰ ਵਾਇਆ ਲੰਡਨ ਕਰ ਦਿੱਤਾ, ਫਿਰ ਅਕਤੂਬਰ 2010 ਦੇ ਅਖੀਰ ਤੱਕ ਉਹ ਚੱਲਦਾ ਰਿਹਾ, ਤੇ ਫਿਰ ਵੀ ਉਦੋਂ ਸਵਾਰੀਆਂ ਜਹਾਜ਼ 'ਚ ਬੈਠੀਆਂ ਨਹੀਂ ਸੀ ਰਹਿੰਦੀਆਂ, ਲੰਡਨ ਉਤਰਦੀਆਂ ਸੀ, ਉਹਨਾਂ ਨੂੰ ਬਿਠਾ ਕੇ ਸਾਈਡ ਤੇ ਕਮਰੇ 'ਚ ਬਿਠਾਉਂਦੇ ਸੀ, ਫਿਰ ਨਵੇਂ ਯਾਤਰੀਆਂ ਦੀ ਸਿਕਿਉਰਿਟੀ ਕਰਕੇ ਸਾਰੇ ਇਕੱਠੇ ਹੋ ਕੇ ਫਿਰ ਤੋਂ ਲੋਡ ਕਰਾਉਂਦੇ ਸੀ। ਪਰ ਫਿਰ ਵੀ ਜਿਹੜਾ ਸਾਰਾ ਸਫ਼ਰ ਸੀ ਜਿਹੜਾ ਉਹ 17-18 ਘੰਟੇ 'ਚ ਪੂਰਾ ਹੋ ਜਾਂਦਾ ਸੀ। ਹਾਲੇ ਵੀ ਜਿਹੜੀ ਦਿੱਲੀ ਦੀ ਫਲਾਈਟ ਹੈ ਤਕਰੀਬਨ ਉੱਧਰੋਂ ਆਉਣ ਲੱਗਿਆਂ 16-15 ਘੰਟੇ ਲੱਗਦੇ ਨੇ। ਸੋ ਇਹ ਜਿਹੜਾ ਸਫ਼ਰ ਹੈ ਹੁਣ ਟੋਰਾਂਟੋ ਦਾ, ਪਹਿਲਾਂ ਇੱਥੋਂ ਟੋਰਾਂਟੋ ਤੋਂ ਜਾਏਗੀ ਫਲਾਈਟ 5 ਵਜੇ, ਫਿਰ ਸਵੇਰੇ ਤਕਰੀਬਨ 6:50 ਤੇ ਪਹੁੰਚ ਕੇ 10 ਵਜੇ ਫਿਰ ਉੱਥੋਂ ਚੱਲੇਗੀ ਮਿਲਾਨ ਤੋਂ, ਤੇ ਫਿਰ ਤਕਰੀਬਨ ਪੌਣੇ 8 ਘੰਟੇ ਦੀ ਫਲਾਈਟ ਹੈ ਅਨੰਤ। ਜਾਣ ਲੱਗਿਆਂ ਵਾਪਸੀ ਦੇ 8.25 ਘੰਟੇ ਆ, ਸ਼ਾਇਦ 8.5 ਘੰਟੇ, ਤੇ ਉਹ ਫਿਰ 18 ਘੰਟੇ 40 ਕੇ 45 ਮਿੰਟ ਕੁੱਲ ਸਮਾਂ ਜਿਹੜਾ ਵਾ ਉਹ ਕਹਿ ਰਹੇ ਨੇ। ਕੋਈ ਦਿੱਲੀ ਨਹੀਂ, ਕੋਈ ਸਮਾਨ ਨਹੀਂ ਲੈਣਾ ਰਸਤੇ 'ਚ, ਸਿੱਧਾ ਉੱਥੇ ਚੜ੍ਹ ਕੇ ਤੇ ਫਿਰ ਅੰਮ੍ਰਿਤਸਰ ਪਹੁੰਚਣਾ। ਇਸੇ ਤਰ੍ਹਾਂ ਅੰਮ੍ਰਿਤਸਰੋਂ ਆਉਣ ਲੱਗਿਆ ਵੀ 3-4 ਘੰਟੇ ਦੇ ਸਟੇ ਤੋਂ ਬਾਅਦ ਤੁਸੀਂ ਫਿਰ ਟੋਰਾਂਟੋ ਪਹੁੰਚ ਜਾਂਦੇ ਜੀ। ਕੁਝ ਇਸ ਬਾਰੇ ਦੱਸੋ ਕਿ ਜੋ ਨਿਊਜ਼ 에ਅਰਲਾਈਨ ਹੈ ਇਹ ਕਦੋਂ ਕੁ ਬਣੀ, ਕਿਸ ਕਿਸਮ ਦੀ 에ਅਰਲਾਈਨ ਹੈ, ਤੇ ਇਹਨਾਂ ਦੇ ਕੋਲ ਜਹਾਜ਼ਾਂ ਦਾ ਫਲੀਟ ਕਿਹੜਾ ਹੈ, ਤੇ ਉਹਨਾਂ ਨੇ ਇਸ ਫਲਾਈਟ ਲਈ
ਕਿਹੜੇ ਜਹਾਜ਼ਾਂ ਦੀ ਵਰਤੋਂ ਕਰਨੀ ਹੈ। ਹਾਂ, ਮੈਂ ਕੋਸ਼ਿਸ਼ ਕਰਦਾ ਵਾਂ ਜੇ ਮੈਂ ਸਕਰੀਨ ਸ਼ੇਅਰ ਕਰ ਸਕਾਂ ਉਹਨਾਂ ਦੀ ਫਲੀਟ ਦੀ, ਤੇ ਉੱਥੇ ਫਿਰ ਸਾਰੇ ਦੇਖ ਸਕਦੇ ਨੇ ਕਿ ਜਿਹੜੇ ਇਹਨਾਂ ਨੇ ਜਹਾਜ਼ ਨਿਓਜ਼ 에ਅਰਲਾਈਨ ਕਿਹੜੀ ਜਿਹੜੇ ਹੈ ਡੈਸਟੀਨੇਸ਼ਨਸ ਤੇ ਜਾਰੀ ਹੈ। ਇਹਨਾਂ ਕੋਲ 787 ਜਹਾਜ਼ ਵੀ ਨੇ, ਵੱਡੇ 6 ਤਕਰੀਬਨ, ਤੇ ਛੋਟੇ ਜਹਾਜ਼ ਜਿਹੜਾ 737 ਨਾਲ ਇਹ ਆਲਰੇਡੀ ਆਪਰੇਟ ਕਰ ਰਹੇ ਨੇ। ਸੋ ਇਸ ਸਕਰੀਨ ਤੇ ਦੇਖ ਸਕਦੇ ਹੋ 787 ਡ੍ਰੀਮਲਾਈਨਰ ਜਿਹੜਾ ਹੈ ਉਹ ਅਸੀਂ ਦਿਖਾ ਰਹੇ ਹਾਂ, ਤੇ ਕਾਫੀ ਜਣੇ ਦੇ ਮੈਸੇਜ ਵੀ ਆ ਰਹੇ ਨੇ। ਕੋਈ ਪੁੱਛਦਾ ਹੈ ਕਿ ਮੈਂ ਤੇ ਧਿਆਨ ਨਹੀਂ ਦਿੱਤਾ ਇੰਨਾ, ਕੋਈ ਕਹਿ ਰਿਹਾ ਸੀ ਤੇ ਜਦੋਂ ਟਿਕਟ ਤੇ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਆਹ ਦੇਖੋ ਜੀ ਆਨੰਦ ਜੀ, ਸਾਰੇ ਜਣੇ ਦੇਖੋ, ਇਹ ਦੇਖੋ ਆ ਇੰਨੇ ਮੁਲਕਾਂ ਨੂੰ, ਇਟਲੀ, ਐਲਬੇਨੀਆ, ਬਹਾਮਾਸ, ਕੈਨੇਡਾ, ਹੁਣ ਕੈਨੇਡਾ ਵੀ ਆ ਗਿਆ, ਟੋਰਾਂਟੋ, ਤੇ ਪਰ ਇਹ ਮਿਲਾਨ ਟੋਰਾਂਟੋ ਜਿਹੜਾ ਹੈ ਸਪੈਸ਼ਲੀ ਹੁਣ 6 ਅਪ੍ਰੈਲ ਤੋਂ ਸ਼ੁਰੂ ਕਰਨਾ ਉਹਨਾਂ ਨੇ, ਨਵਾਂ ਰੂਟ। ਤੇ ਗ੍ਰੀਸ ਵੀ ਹੈ, ਆਈਸਲੈਂਡ, ਤੇ ਇੰਡੀਆ ਵਿੱਚ ਸਿਰਫ ਅੰਮ੍ਰਿਤਸਰ। ਸੋ ਇਹ ਸਾਰੇ ਮੁਲਕਾਂ ਨੂੰ ਜਿਹੜੀ ਹੈ ਕਨੈਕਟੀਵਿਟੀ, ਤੇ ਇਸ ਸਮੇਂ ਰੋਮ ਤੋਂ ਫਲਾਈਟ ਮਿਲਾਨ ਜਾਂਦੀ ਹੈ ਕਦੀ ਕਦੀ, ਤੇ ਫਿਰ ਮਿਲਾਨ ਤੋਂ ਅੰਮ੍ਰਿਤਸਰ ਆਉਂਦੀ ਹੈ, ਰੋਮ ਤੋਂ ਸਿੱਧੀ ਫਲਾਈਟ ਜਿਹੜੀ ਆਪਰੇਟ ਹੋ ਰਹੀ ਹੈ, ਰੈਗੂਲਰ ਸ਼ਡਿਊਲ ਫਲਾਈਟ ਹੈ। ਕੋਈ ਵੀ ਜਿਹੜੀ ਚਾਰਟਰ ਸਪੈਸ਼ਲ ਫਲਾਈਟ ਹੁੰਦੀ ਹੈ ਨਾ, ਉਹਨਾਂ ਦੀ ਆਨਲਾਈਨ ਬੁਕਿੰਗ ਨਹੀਂ ਹੁੰਦੀ। ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕਿਸੇ ਨੇ ਟੋਰਾਂਟੋ ਤੋਂ, ਜੇ ਮੈਂ ਇੱਥੇ ਹੁਣ ਪਾਣਾ ਵਾਂ ਟੋਰਾਂਟੋ ਕੈਨੇਡਾ, ਤੇ ਫਿਰ ਤੁਸੀਂ ਅੰਮ੍ਰਿਤਸਰ ਕੱਲਾ ਇੱਥੇ ਸ਼ੋ ਹੋਏਗਾ, ਤੇ ਮਿਲਾਨ ਵੀ ਜਿਹੜੀ ਹੈ ਇਹਨਾਂ ਨੇ ਬੁਕਿੰਗ ਹਾਲੇ ਪਤਾ ਨਹੀਂ ਸ਼ੁਰੂ ਕੀਤੀ ਕਿ ਨਹੀਂ ਕੀਤੀ, ਪਰ ਇਹ ਦੇਖੋ ਹਫਤੇ ਵਿੱਚ ਇੱਕ ਦਿਨ। ਸੋ ਜੇ ਮੈਂ 4 ਮਈ ਵੀ ਪਾਵਾਂ ਜਾਂ 20 ਮਈ ਪਾਵਾਂ, ਤੇ ਇਹ ਜਿਹੜੀ ਹੈ ਇਹ ਫਲਾਈਟ ਸਿਰਫ 500, ਹੁਣ ਜੇ ਮੈਂ ਦੇਖਾਂ 20 ਅਪ੍ਰੈਲ ਦਾ ਫੇਅਰ ਜਿਹੜਾ ਹੈ, ਪਰ ਇਹ ਦੇਖੋ ਇਹਨਾਂ ਨੇ ਲੋਐਸਟ ਫੇਅਰ ਜਿਹੜਾ ਰੱਖਿਆ ਹੈ, ਪ੍ਰੋਮੋ ਰੱਖਿਆ $615, ਤੇ ਪਰ ਇਹਨਾਂ ਦੇ ਵਿੱਚ ਨਾ, ਜੇ ਮੈਂ ਹੁਣ ਫਲੀਟ ਦਿਖਾਵਾਂ, ਤੇ ਹਰ ਸੀਟ ਤੇ ਟੀਵੀ ਸਕਰੀਨ ਲੱਗੀ ਹੋਈ ਹੈ। ਸੋ ਵਧੀਆ ਸੀਟਾਂ ਨੇ, ਮਤਲਬ ਸੀਟਾਂ ਲੱਗੀਆਂ ਨੇ। ਹਾਂ, ਹੁਣ ਜੇ ਆਪਾਂ ਗੱਲ ਕਰੀਏ ਪਿਚ ਕਿੰਨੀ ਹੈ, ਕਿੰਨੀ ਬੈਕ ਤੱਕ ਜਾਂਦੀ ਹੈ, ਕਿੰਨੀ ਵਿਡਥ ਹੈ, ਉਹ ਫਿਰ ਸਾਰੀ ਡੀਟੇਲ ਜਿਹੜੀ ਹੈ ਨਾ, ਉਹ ਇਹਨਾਂ ਦੀ ਵੈਬਸਾਈਟ ਤੇ ਹੈਗੀ ਆ, us.neosair.com, ਤੇ ਉੱਥੋਂ 787 ਤੇ ਦੇਖ ਸਕਦੇ ਨੇ ਲੋਕ ਜਿਹੜੇ ਇੰਟਰਸਟਿਡ ਨੇ। ਪਰ ਇਹ 355 ਸਵਾਰੀਆਂ ਦਾ ਜਹਾਜ਼ ਹੈ, 27 ਸੀਟਾਂ ਨਾ ਜਿਹੜੀਆਂ ਇਹਨਾਂ ਦੀਆਂ, ਦੇਖੋ ਜੀ, ਪ੍ਰੀਮੀਅਮ ਕਲਾਸ, ਇਹ ਬਿਜ਼ਨਸ ਕਲਾਸ ਨਹੀਂ ਹੈ, ਪਰ ਇਹ ਪ੍ਰੀਮੀਅਮ ਕਲਾਸ ਜਿਹੜੀ ਹੈ 28 ਸੀਟਾਂ 232 ਕਨਫੀਗਰੇਸ਼ਨ, 2 3 ਤੇ 2, ਉਦਾਂ 3 3 3 ਨੇ। ਸੋ ਕੁਝ ਜਗ੍ਹਾ ਇਹਨਾਂ ਨੇ ਰੱਖੀ ਹੈ, ਤੇ ਨਾਲ ਇਹ ਲਾਉਂਜ ਵੀ ਜਿੱਥੇ ਅਵੇਲੇਬਲ ਹੁੰਦੇ ਨੇ ਉਹਦੇ ਨਾਲ ਦਿੰਦੇ ਨੇ। ਤੇ ਪ੍ਰੀਮੀਅਮ ਦਾ ਜਿਹੜਾ ਰੇਟ ਵੀ ਹੈ ਉਹ ਆ ਦੇਖੋ ਜੀ, ਇੱਥੇ ਦਿੱਤਾ ਹੈ ਜੀ ਕਨਫੀਗਰੇਸ਼ਨ, ਵਿਡਥ ਕਿੰਨੀ ਆ, ਪ੍ਰੀਮੀਅਮ ਦੀ 50 ਸੈਂਟੀਮੀਟਰ ਤੇ ਇਕਨੋਮੀ ਦੀ 43 ਸੈਂਟੀਮੀਟਰ, ਤੇ ਸਕਰੀਨ 11 ਇੰਚ ਤੇ ਉਹਦੀ 10 ਇੰਚ। ਸੋ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਡੀਟੇਲ ਦਿੱਤੀ ਹੈ। ਐਂਟਰਟੇਨਮੈਂਟ ਸਾਰਿਆਂ 'ਚ ਹੈਗੀ ਹੈ। ਕਈ ਮੈਨੂੰ ਕਹਿ ਰਹੇ ਸੀ ਟਿਕਟ ਲੈਣ ਲਈ ਜਾਂਦੇ ਆ, ਤੇ ਉੱਥੇ ਐਂਟਰਟੇਨਮੈਂਟ ਸਿਰਫ ਪ੍ਰੀਮੀਅਮ ਤੇ ਲਿਖੀ ਆ ਰਹੀ ਹੈ, ਨਾਰਮਲ ਤੇ ਨਹੀਂ ਲਿਖੀ ਆ ਰਹੀ। ਆਪਾਂ ਆਨੰਦ ਪਹਿਲਾਂ ਦੱਸ ਦਈਏ ਕਿ ਅਸੀਂ ਫਿਰ ਫਲਾਈ ਅੰਮ੍ਰਿਤਸਰ ਕਾਫੀ ਲੋਕ ਜਾਣਦੇ ਨੇ, ਪਰ ਮੈਂ ਉਸ ਤੋਂ ਪਹਿਲਾਂ ਅਸੀਂ ਦੱਸਣਾ ਚਾਹਾਂਗੇ ਕਿ ਫਲਾਈ ਅੰਮ੍ਰਿਤਸਰ ਜਿਹੜਾ ਹੈ ਉਹ ਮੈਂ ਜਾਂ ਆਨੰਦ ਜਾਂ ਅਸੀਂ, ਸਾਡੀ ਪੂਰੀ ਟੀਮ, ਕੋਈ ਅਸੀਂ ਟਰੈਵਲ ਏਜੰਟ ਨਹੀਂ, ਕੋਈ ਸਾਡੀ 에ਅਰਲਾਈਨ ਐਫੀਲੀਏਸ਼ਨ ਨਹੀਂ, ਕੋਈ ਸਾਡੀ ਟਰੈਵਲ ਏਜੰਟਾਂ ਨਾਲ ਨਹੀਂ, ਕੋਈ ਸਾਡੀ 에ਅਰਪੋਰਟ ਨਾਲ ਨਹੀਂ। ਬਾਕੀ ਆਨੰਦ ਤੁਸੀਂ ਵੀ ਜੇ ਕੁਝ ਐਡ ਕਰਨਾ ਚਾਹੋ ਜ਼ਰੂਰ ਦੱਸੋ। ਬਿਲਕੁਲ ਜੀ, ਅਸੀਂ ਇੱਕ ਫੈਸਿਲੀਟੇਟਰ ਦਾ ਰੋਲ ਪਲੇ ਕਰ ਰਹੇ ਹਾਂ, ਕਿਉਂਕਿ ਅਸੀਂ ਇਹ ਕੈਂਪੇਨ ਚਲਾਈ ਸੀ ਫਲਾਈਟਸ ਫਰੋਮ ਕੈਨੇਡਾ ਦੀ। ਉਸ ਦੇ ਤਹਿਤ ਇੱਕ ਕਹਿ ਲਓ ਕਿ ਸਾਨੂੰ ਇਹ ਸਫਲਤਾ ਮਿਲੀ ਹੈ। ਇਸ 에ਅਰਲਾਈਨ ਨੇ ਇਸ ਵਿੱਚ ਆਪਣਾ ਇੰਟਰਸਟ ਸ਼ੋਅ ਕੀਤਾ, ਤੇ ਅਸੀਂ ਚਾਹੁੰਦੇ ਹਾਂ ਕਿ 에ਅਰਲਾਈਨ ਦਾ ਇਹ ਰੂਟ ਸਕਸੈਸਫੁਲ ਹੋਏ, ਤਾਂ ਕਿ ਉਹ ਪਹਿਲਾਂ ਜੋ ਇੱਕ ਦਿਨ ਫਲਾਈਟ ਸ਼ੁਰੂ ਕਰ ਰਹੇ ਨੇ ਉਹ ਫਿਰ ਗਾਂਹ ਵਧਾ ਕੇ 2 ਜਾਂ 3 ਦਿਨ ਜਾਂ ਹੋਰ ਜ਼ਿਆਦਾ ਕਰਨ। ਜੇ ਉਹਨੂੰ ਸਕਸੈਸਫੁਲ ਹੋਣ ਦੇ ਵਿੱਚ ਅਸੀਂ ਕੋਈ ਆਪਣਾ ਸਪੋਰਟਿਵ ਰੋਲ ਜੋ ਪਲੇ ਕਰ ਸਕਦੇ ਹਾਂ, ਅਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਇਹਦੇ 'ਚ ਕੋਈ ਵੀ ਕਮਰਸ਼ੀਅਲ ਇੰਟਰਸਟ ਨਹੀਂ ਹੈ, ਨਾ ਹੀ ਅਸੀਂ ਟਰੈਵਲ ਏਜੰਟ ਹਾਂ। ਹਾਂ, ਤੇ ਨਾਲ ਹੀ ਮੈਂ ਐਡ ਕਰਦਾ, ਕੋਈ ਵੀ ਜਿਹੜੀਆਂ ਜਿੱਥੇ ਵੱਡੀ 에ਅਰਲਾਈਨਸ ਨੇ, ਚਲੋ 에ਅਰ ਇੰਡੀਆ ਹੋ ਗਈ, ਉਹ ਆਪਣਾ ਸੇਲਸ ਆਫਿਸ ਖੋਲ੍ਹਦੀਆਂ ਨੇ, ਸਾਰੀ ਉਹਨਾਂ ਦੀ ਟੀਮ ਹੁੰਦੀ ਹੈ। ਪਰ ਕੁਝ 에ਅਰਲਾਈਨਸ ਜਿਹੜੀਆਂ ਨੇ ਉਹਨੂੰ ਉਹ ਆਪਣਾ ਇੱਕ GSA, ਜਰਨਲ ਸੇਲਸ ਏਜੰਟ, ਉਹਨਾਂ ਨਾਲ ਕੀ ਭਾਈਵਾਲੀ ਹੈ, ਕਿਸ ਤਰ੍ਹਾਂ ਰੈਵਨਿਊ, ਉਹ ਅਸੀਂ ਨਹੀਂ ਜਾਣਦੇ। ਪਰ ਕਈ ਵਾਰੀ GSA ਜਿਹੜੇ ਹੁੰਦੇ ਨੇ, ਕਈ ਮੈਨੂੰ ਕੁਝ ਪਤਾ ਵਾ, ਕੁਝ ਉੱਥੇ ਇੰਡੀਆ ਹੈਗੇ ਨੇ ਸਟਿਕ ਟਰੈਵਲ, ਕੋਈ ਵੱਡਾ ਟਰੈਵਲ, ਉਹ ਕੋਈ 10-11 에ਅਰਲਾਈਨਸ ਕਰਦੇ ਨੇ। ਸੋ ਇਹਨਾਂ ਦੇ ਜਿਹੜੇ GSA ਨੇ, ਜਿਨ੍ਹਾਂ ਨੇ ਵੱਡਾ ਯੋਗਦਾਨ ਕਵਾਂਗੇ, ਜੋ ਕੋਵਿਡ ਦੇ ਦੌਰਾਨ ਜਿਨ੍ਹਾਂ ਨੇ ਫਲਾਈਟਾਂ ਇਟਲੀ ਲਈ ਚਲਾਈਆਂ, ਸਪਾਈਸ ਜੈਟ ਤੇ ਇਹਦੀਆਂ, ਤੇ ਉਹਦੇ ਵਿੱਚ ਕਾਫੀ ਟਰੈਵਲ ਏਜੰਟਸ ਜਿਹੜੇ ਸਾਨੂੰ ਬਾਅਦ 'ਚ ਪਤਾ ਲੱਗਾ, ਪਹਿਲਾਂ ਸਾਨੂੰ ਵੀ ਇੰਨਾ ਪਤਾ ਨਹੀਂ ਸੀ ਹੁੰਦਾ, ਸਾਡੀ ਟਰੈਵਲ ਏਜੰਟ ਇੰਨੀ ਗੱਲਬਾਤ ਨਹੀਂ ਸੀ ਹੁੰਦੀ
2018 ਵਿੱਚ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਐਜ਼ ਅ ਫੈਸਿਲੀਟੇਟਰ ਕਿ ਗੱਲਬਾਤ ਕਰੀਏ ਕਿ ਅੰਮ੍ਰਿਤਸਰ ਨੂੰ ਪ੍ਰਮੋਟ ਕਰੋ। ਤੇ ਉਹਦੇ ਵਿੱਚ ਮੈਂ ਦੱਸ ਦੇਵਾਂ, ਮੇਰੀ ਗੱਲ ਹੋਈ ਹੈ ਬਿਪਾਸ਼ਾ ਏਵੀਏਸ਼ਨ, ਇਹ ਜਲੰਧਰ ਦੇ ਨੇ, ਬਿਪਾਸ਼ਾ ਏਵੀਏਸ਼ਨ, ਤੇ ਭਰਤ ਘਈ ਤੇ ਉਹਨਾਂ ਦੇ ਬ੍ਰਦਰ ਵੀ ਨੇ ਰਾਮ ਘਈ ਜਿਹੜੇ ਨੇ, ਉਹਨਾਂ ਨੇ ਜਿਹੜਾ ਹੈ ਉਹ ਇਹਨਾਂ ਦੇ GSA ਨੇ, ਜਰਨਲ ਸੇਲਸ ਏਜੰਟ, ਇੰਡੀਆ ਵਿੱਚ ਤੇ ਕੈਨੇਡਾ ਵਿੱਚ ਵੀ। ਸੋ ਉਹ ਇਹ ਨਹੀਂ ਕਿ ਹੁਣ ਕਈ ਸੋਚ ਲੈਣ ਕਿ ਸਿਰਫ ਉਹੀ ਟਿਕਟ ਸੈਲ ਕਰ ਸਕਦੇ, ਨਹੀਂ, ਟਿਕਟਾਂ ਸਾਰੇ ਏਜੰਟਸ ਕੋ ਜਿੰਨਾ ਕੋ ਮਰਜ਼ੀ ਤੁਸੀਂ ਕਾਲ ਕਰਕੇ ਲੈ ਸਕਦੇ ਜੇ। ਇਹ ਆਨਲਾਈਨ ਟਿਕਟ ਆਉਣ ਦਾ ਇਹੋ ਮਤਲਬ ਹੈ ਕਿ MADS ਜਿਹੜਾ ਇੱਕ ਸਿਸਟਮ ਹੁੰਦਾ ਟਿਕਟਿੰਗ ਦਾ, ਜਾਂ ਹੋਰ GDS, ਹੋਰ ਡਿਫਰੈਂਟ ਸਿਸਟਮ ਹੁੰਦੇ, ਉਹਦੇ ਵਿੱਚ ਫਲਾਈਟ ਆਈ ਹੈ ਤੇ ਇਹ ਰੈਗੂਲਰ ਸ਼ਡਿਊਲ ਫਲਾਈਟ ਹੈ। ਬਿਲਕੁਲ ਜੀ। ਇਹ ਚੀਜ਼ ਜਿਹੜੀ ਹੈ ਅਸੀਂ ਜ਼ਰੂਰ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ ਇਹ ਰੈਗੂਲਰ ਸ਼ਡਿਊਲ ਫਲਾਈਟ ਹੈ, ਚਾਰਟਰ ਫਲਾਈਟਸ ਨਹੀਂ। ਤੇ ਇੱਕ ਦਿਨ ਕਿਉਂ ਹੈ? ਕਿਉਂਕਿ ਸ਼ੁਰੂਆਤ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਰਿਸਕ ਕਹਿ ਲਓ ਜਾਂ ਕਿਸ ਤਰ੍ਹਾਂ ਵੀ ਹੈ, ਐਜ਼ ਅ ਸੇਫਟੀ ਪੁਆਇੰਟ ਆਫ ਵਿਊ ਨਾਲ ਕਰ ਰਹੇ ਨੇ। ਬਿਲਕੁਲ ਜੀ। ਸੋ ਇਸ 에ਅਰਲਾਈਨ ਤੋਂ ਆਪਾਂ ਅੱਗੇ ਕੀ ਉਮੀਦ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਜੋ ਹੈ ਡੈਸਟੀਨੇਸ਼ਨ ਨੂੰ ਜੁੜਨ ਦਾ, ਜਾਂ ਕੋਈ ਉਹਨਾਂ ਦੇ ਨਾਲ ਜੋ ਆਪਣੀ ਰਾਬਤਾ ਹੁੰਦਾ ਰਹਿੰਦਾ ਹੈ, ਉਹ ਹੋਰ ਵੀ ਕੋਈ ਡੈਸਟੀਨੇਸ਼ਨ ਕੈਨੇਡਾ ਦੇ ਵਿੱਚ ਸ਼ੁਰੂ ਕਰਨ ਲਈ ਇੱਛੁਕ ਹਨ? ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਜਾ ਰਿਹਾ ਹੈ ਵੈਨਕੂਵਰ ਵੱਲ। ਬਿਲਕੁਲ ਜੀ। ਸਾਨੂੰ ਆਪਣੇ ਇਲਾਕੇ ਨਾਲ ਉਨੀ ਤਾਂਘ ਹੈ ਜਿੰਨੀ ਕੈਨੇਡਾ ਦੇ ਹੋਰ ਸ਼ਹਿਰਾਂ ਨਾਲ ਹੈ। ਤੇ ਕਿਉਂਕਿ ਇੱਥੇ ਵੀ ਭਰਵੀਂ ਵਸੋਂ ਹੈ ਪੰਜਾਬੀ ਭਾਈਚਾਰੇ ਦੀ, ਨੋ ਡਾਊਟ ਟੋਰਾਂਟੋ ਦੇ ਵਿੱਚ ਜ਼ਿਆਦਾ ਭਰਵੀਂ ਵਸੋਂ ਹੈ, ਤੇ ਉਹਦੇ ਨਾਲ ਅਮਰੀਕਾ ਦੇ ਇਲਾਕੇ ਵੀ ਪੈਂਦੇ ਆ ਜਿੱਥੋਂ ਬਹੁਤ ਸਾਰਾ ਇੱਕ ਕਮਾਂਡ ਏਰੀਆ ਜੋ 에ਅਰਲਾਈਨ ਨੂੰ ਫੀਡ ਕਰ ਸਕਦਾ ਉਹ ਰਹੇਗਾ। ਪਰ ਅਸੀਂ ਗੱਲ ਵੈਨਕੂਵਰ ਦੀ ਵੀ ਇਸ ਸਮੇਂ ਜ਼ਰੂਰ ਕਰਨੀ ਚਾਹਾਂਗੇ। ਹਾਂਜੀ, ਮੈਂ ਦੱਸਾਂ, ਜਦੋਂ ਸਿਗਨੇਚਰ ਕੈਂਪੇਨ ਪਿਛਲੇ ਸਾਲ ਮੋਹਿਤ ਧੰਜੂ ਨੇ, ਜਦੋਂ ਸਾਡੇ ਕੋ ਕਨਵੀਨਰ ਨੇ ਇੱਥੋਂ ਦੇ ਨਾਰਥ ਅਮਰੀਕਾ ਦੇ, ਉਹਨਾਂ ਨੇ ਜਦੋਂ ਪਟੀਸ਼ਨ ਸਬਮਿਟ ਕੀਤੀ ਅਸੀਂ ਫਲਾਈ ਅੰਮ੍ਰਿਤਸਰ ਵੱਲੋਂ ਹੀ, ਤੇ ਬਹੁਤੇ ਸਿਗਨੇਚਰ ਜਿਹੜੇ ਸੀ ਉਹ ਬ੍ਰਿਟਿਸ਼ ਕੋਲੰਬੀਆ ਤੋਂ ਆ ਰਹੇ ਸੀ। ਤੇ ਤੁਸੀਂ ਵੀ ਬ੍ਰਿਟਿਸ਼ ਕੋਲੰਬੀਆ ਚੋਂ ਵੈਨਕੂਵਰ, ਤੇ ਖੈਰ ਮੈਂ ਓਹਾਇਓ ਚ ਡੇਟਨ ਚ, ਇੱਥੋਂ ਤੇ ਕੋਈ ਚਲੋ ਸਿਰਫ ਕੈਨੇਡੀਅਨ ਸਿਟੀਜ਼ਨ ਹੀ ਸਾਈਨ ਕਰ ਸਕਦੇ ਸੀ ਜਾਂ PR। ਬਹੁਤ ਬਜ਼ੁਰਗਾਂ ਦੀ ਵੀ ਕਾਲਾਂ ਆ ਰਹੀਆਂ ਨੇ, ਵੱਡਿਆਂ ਦੀਆਂ ਸਾਨੂੰ, ਤੇ ਖਾਸ ਕਰਕੇ ਮੈਨੂੰ ਹਾਲੇ ਯਾਦ ਹੈ ਰਾਜਵੰਤ ਸੰਧੂ ਜੀ ਨੇ, ਅੰਕਲ ਜਿਸ ਪ੍ਰੋਗਰਾਮ ਦੇਖਣ ਸਾਡਾ, ਜੱਜ ਸਾਹਿਬ ਨੇ, ਉਹਨਾਂ ਦਾ ਬੜਾ ਪਿਆਰ ਮਿਲਿਆ। ਤੇ ਪਰ ਵੈਨਕੂਵਰ ਦਾ ਉਹ ਸਾਰੇ ਕਹਿ ਰਹੇ ਨੇ ਕਿ 에ਅਰਲਾਈਨ ਵੈਨਕੂਵਰ ਸ਼ੁਰੂ ਕਰੇਗੀ, ਕਿਉਂ ਨਹੀਂ? ਜੇਕਰ ਅਸੀਂ ਉਹਨਾਂ ਨਾਲ ਐਡਵੋਕੇਸੀ ਕਰਾਂਗੇ, ਜੇ ਕਰ ਰਹੇ ਹਾਂ, ਜੇਕਰ ਅਸੀਂ ਇਹਨੂੰ ਕਾਮਯਾਬ ਕਰੀਏ, ਬਿਲਕੁਲ ਜੀ, ਅੰਮ੍ਰਿਤਸਰ ਟੋਰਾਂਟੋ ਨੂੰ ਕਾਮਯਾਬ ਕਰੀਏ, ਤੇ ਇਸ ਸਮੇਂ ਮੈਂ ਜਿੱਦਾਂ ਪਹਿਲਾਂ ਸਕਰੀਨ ਦਿਖਾਈ ਸੀ, ਜਿਹੜਾ ਫੇਅਰ ਆ ਰਿਹਾ ਇਧਰੋਂ ਜਾਣ ਦਾ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾਤਰ ਹੁਣ ਲੋਕ ਉਧਰੋਂ ਆਉਣਗੇ ਤੇ ਉਧਰੋਂ ਡਿਮਾਂਡ ਜ਼ਿਆਦਾ ਹੈ ਸਟੂਡੈਂਟ। ਸੋ ਇਹ ਜਿਹੜਾ ਲੀਨ ਪੀਰੀਅਡ ਆਉਂਦਾ ਨਾ, ਉਦੋਂ 에ਅਰਲਾਈਨਸ ਨੂੰ ਥੋੜਾ ਰਿਸਕ ਤਾਂ ਹੁੰਦਾ, ਪਰ ਉਹਨਾਂ ਨੇ ਡੈਫੀਨਿਟਲੀ ਕਿਹਾ ਪਹਿਲਾਂ ਉਹ ਚਾਹਣਗੇ ਕਿ ਇਹਨੂੰ 2 ਜਾਂ 3 ਫਲਾਈਟਸ ਕਰਨ ਜੂਨ ਜੁਲਾਈ ਤੱਕ। ਬਿਲਕੁਲ ਜੀ। ਤੇ ਫਿਰ ਅਕਤੂਬਰ ਵਿੱਚ ਜੇ ਜ਼ਿਆਦਾ ਹੋ ਸਕੀਆਂ ਤੇ ਜੇ ਵਧੀਆ ਰਿਸਪੌਂਸ ਹੋਇਆ ਤੇ ਅਸੀਂ ਵੈਨਕੂਵਰ ਲਈ ਵੀ ਪੁਸ਼ ਕਰ ਸਕਦੇ ਹਾਂ ਕਿ ਅਕਤੂਬਰ ਜੇ ਉਹਨਾਂ ਕੋਲ ਜਹਾਜ਼ ਹੈਗਾ ਵਾ ਨਿਊਜ਼ 에ਅਰ ਨਾਲ ਗੱਲ ਕਰਕੇ, ਤੇ ਉਹ ਕਿਉਂ ਨਾ ਇੱਥੇ ਇਹਦੀ ਜਿਹੜੀ ਕਨੈਕਟੀਵਿਟੀ ਹੈ ਉਹ ਵੈਨਕੂਵਰ ਤੱਕ ਪਹੁੰਚਾਉਣ। ਬਿਲਕੁਲ ਜੀ। ਤੇ ਮੈਂ ਇਸ ਵਿੱਚ ਇੱਥੇ ਇਹ ਦੱਸਣਾ ਚਾਹਾਂਗਾ ਕਿ ਸਮੀਪ ਜੀ ਨੇ ਅੱਗੇ ਜੋ ਸਕਰੀਨ ਦਿਖਾਇਆ ਸੀ, ਉਹਦੇ ਵਿੱਚ ਜੋ ਫੇਅਰ ਸੀਗਾ $600-700 US, ਉਹ ਵਨ ਸਾਈਡਡ ਫੇਅਰ ਸੀਗਾ। ਤੇ ਬੋਥ ਸਾਈਡ ਫੇਅਰ ਦੇ ਵਿੱਚ ਜੋ ਹੈ ਉਹ ਹੋਰ ਪੈਸੇ ਐਡ ਹੋ ਜਾਣਗੇ ਤੇ ਉਹ $1700-1800 ਤੱਕ ਜਾਂ $2000 ਤੱਕ ਪਹੁੰਚ ਜਾਏਗਾ। ਉਹਦੇ ਤੇ ਨਿਰਭਰ ਕਰੇਗਾ ਕਿ ਤੁਸੀਂ ਕਿਹੜੀ ਸੀਟ ਲੈ ਰਹੇ ਹੋ, ਕੋਈ ਇਕਨੋਮੀ ਦੀ ਲੈ ਰਹੇ ਹੋ ਜਾਂ ਪ੍ਰੀਮੀਅਮ ਇਕਨੋਮੀ ਲੈ ਰਹੇ ਹੋ, ਤੇ ਉਹਦੇ ਤੇ ਡਿਪੈਂਡ ਕਰੇਗਾ। ਇਹ ਤੇ ਦੇਖੋ ਅਨੰਤ, ਇੱਕ ਹੋਰ ਗੱਲ ਹੈ ਕਿ ਉਸ ਤਰ੍ਹਾਂ ਬਿਜ਼ਨਸ ਕਲਾਸ ਟਿਕਟ ਇਕਨੋਮੀ ਕਲਾਸ ਦੀ ਟਿਕਟ ਨਾਲੋਂ 4 ਗੁਣਾ 3-4 ਗੁਣਾ ਵੱਧ ਹੁੰਦੀ ਹੈ, ਪਰ ਇਹ ਚਲੋ ਬਿਜ਼ਨਸ ਨਹੀਂ ਹੈ। ਪਰ ਇਹ ਦੇਖੋ ਫਰੀडम ਚ ਤੁਹਾਨੂੰ ਬੈਗ ਦੋ ਬੈਗ 30-30 ਕਿਲੋ ਦੇ ਰਹੇ ਨੇ। ਠੀਕ ਹੈ ਜੀ। ਤੇ ਨਾਲ ਇੱਥੇ ਲਿਖਿਆ ਡੇਟ ਚੇਂਜ ਵੀ ਕਰਵਾ ਸਕਦੇ ਜੇ, ਜਿਸ ਤਰ੍ਹਾਂ ਵੀ ਇਹਨਾਂ ਨੇ ਕੁਝ ਪੈਸੇ ਲੈ ਕੇ। ਫਿਰ VIP ਲਾਉਂਜ, ਆਬਵੀਅਸਲੀ ਅੰਮ੍ਰਿਤਸਰ ਇਸ ਸਮੇਂ ਕਾਫੀ ਲੋਕ ਕਹਿੰਦੇ ਫੈਸਿਲਿਟੀ ਨਹੀਂ ਹੈ, ਫੈਸਿਲਿਟੀਆਂ ਬਹੁਤ ਹੈ ਜੀ। ਲਾਉਂਜ ਬੰਦ ਹੋਣ ਨਾਲ ਇਹ ਨਹੀਂ ਕਿ ਉੱਥੇ ਫੈਸਿਲਿਟੀ ਨਹੀਂ ਹੈਗੀ। ਚਲੋ ਲਾਉਂਜ ਦਿੱਲੀ ਵੀ ਬੰਦ ਹੋ ਗਏ ਨੇ ਬਹੁਤ, ਕੋਈ ਕੋਵਿਡ ਆਇਆ ਸੀ, ਪਰ ਅੰਮ੍ਰਿਤਸਰ ਹਾਲੇ ਥੋੜਾ ਛੋਟਾ ਸ਼ੁਰੂ ਹੋਇਆ ਸੀ ਕੰਮ। ਸੋ ਜੋ ਟ੍ਰੈਫਿਕ ਵਧੇਗੀ ਤੇ ਇਹ ਲਾਉਂਜ ਵੀ ਆਉਣਗੇ। ਤੇ ਮੈਂ ਦਿਖਾ ਦਿੰਦਾ ਵਾ ਇੱਥੋਂ ਵੀ, ਫਿਰ ਜੇ ਅਸੀਂ ਗੱਲ ਕਰੀਏ ਟੋਟਲ ਫੇਅਰ ਤੁਸੀਂ ਸ਼ੇਅਰ ਕਰਕੇ ਦਿਖਾਓ ਜੇ ਸਕਰੀਨ ਤੇ ਆ ਸਕਦਾ ਕਿ ਅੰਦਾਜ਼ਨ ਟੋਟਲ ਫੇਅਰ ਜੋ ਹੈ ਉਹ ਕਿੰਨਾ ਕੁ ਪੈਂਦਾ। ਹਾਂ, ਜੇ ਅਸੀਂ ਅੰਮ੍ਰਿਤਸਰ ਦਿਖਾਈਏ, ਟੋਰਾਂਟੋ ਦੇਖੋ, ਮਲਪੈਨਸਾ, ਨਿਊਯਾਰਕ ਵੀ ਆ ਰਿਹਾ ਹੈ। ਤੇ ਜੇ ਅਸੀਂ ਹੁਣ ਗੱਲ ਕਰੀਏ, ਜੇ ਮੈਂ 13 ਦਾ ਹੀ ਪਾਉਣਾ ਵਾ, ਤੇ ਇਸ ਸਮੇਂ ਦੇਖਦੇ ਹਾਂ ਕਿ ਫਲਾਈਟ ਕਿੰਨਾ ਕੁ ਫੇਅਰ ਪਹੁੰਚ ਚੁੱਕਾ ਹੈ, ਕਿਉਂਕਿ ਫੇਅਰ ਵਧੇਗਾ। ਬੇਸਿਕ ਫੇਅਰ ਜਿਹੜਾ ਸੀ, ਦੇਖੋ ਜੀ, ਇਹ 1400 ਤੋਂ ਸ਼ੁਰੂ ਕੀਤਾ ਸੀ ਜੀ ਆਨੰਦ ਉਹਨਾਂ ਨੇ, ਸੋਲਡ ਆਊਟ ਹੋ ਗਿਆ ਜੀ। ਪ੍ਰੋਮੋ 13 ਅਪ੍ਰੈਲ ਦੀ, ਨਹੀਂ ਕਿਹੜੀ ਹੈ ਜੀ,
ਇਹ 13 ਅਪ੍ਰੈਲ ਦੀ ਹੈ ਜੀ। 13 ਅਪ੍ਰੈਲ ਦੀ ਸੋਲਡ ਆਊਟ ਹੋ ਗਈ ਹੈ, ਪ੍ਰੋਮੋ ਵੀ ਤੇ ਰਿਲੈਕਸ ਵੀ। ਤੇ ਅਸੀਂ ਇੱਥੇ ਕੋਈ ਇਹ ਦੇਖੋ 6 ਅਪ੍ਰੈਲ ਨੂੰ ਜਿਹੜੀ ਸ਼ੁਰੂ ਹੋਣੀ ਹੈ 1743 ਤੇ ਉਹਦਾ ਫੇਰ ਜਿਹੜਾ ਆ ਰਿਹਾ ਫਰੀडम ਵਿੱਚ, ਤੇ ਰਿਲੈਕਸ ਤੇ ਫਰੀडम ਸੋਲਡ ਆਊਟ ਹੈ ਜੀ। ਕੀ ਬਾਤ ਹੈ ਜੀ। ਤੇ ਇਹ ਸੋਲਡ ਆਊਟ ਲਿਖਿਆ ਨਾਟ ਅਵੇਲੇਬਲ, ਹੋ ਸਕਦਾ ਸੋਲਡ ਆਊਟ ਹੋਵੇ, ਅਸੀਂ ਕੋਈ ਸਾਡੇ ਕੋਲ ਕੋਈ ਸਿਸਟਮ ਨਹੀਂ ਹੈਗਾ। ਫਿਰ ਦਰਸ਼ਕ ਇਹ ਨਾ ਸੋਚਣ ਕਿ ਅਸੀਂ ਕੋਈ 에ਅਰਲਾਈਨ, ਹਾਂ ਸਾਡੀ ਜ਼ਰੂਰ ਗੱਲਬਾਤ ਹੁੰਦੀ ਹੈ, ਰਿਸਪੌਂਸ ਚੰਗਾ ਹੈ, ਬੜੀ ਸੋਸ਼ਲ ਮੀਡੀਆ ਤੇ ਇਸ ਦਾ ਗਿਆ ਤੇ ਇਨਫੋਰਮੇਸ਼ਨ ਗਈ ਹੈ। ਪਰ ਜੇ ਮੈਂ ਗੱਲ ਕਰਾਂ ਹੁਣ ਦੇਖੋ ਮਈ 'ਚ ਫੇਰ ਦੇਖੋ ਆਨੰਦ 1245 ਦਾ ਫੇਰ ਆ ਰਿਹਾ ਜੀ, ਬਸ ਛੋਟਾ US ਡਾਲਰ, ਮੈਂ ਤੇ ਕੈਨੇਡੀਅਨ ਸਿਲੈਕਟ ਨਹੀਂ ਕੀਤਾ, ਪਰ ਮੇਬੀ ਆਈ ਕੁਡ ਕੈਨੇਡੀਅਨ ਨੂੰ ਮਲਟੀਪਲਾਈ ਹੋ ਜਾਏਗਾ ਜੀ $1.40 ਨਾਲ, ਤੇ ਉਹੀ ਕੋਈ 2000 ਦੇ ਕਰੀਬ। ਹਾਂ, ਤੇ ਕਿਉਂਕਿ ਉਧਰੋਂ ਇਸ ਸਮੇਂ ਬਾਕੀ ਮੈਂ ਪਾ ਕੇ ਦੇਖਿਆ ਸੀ, ਮੈਂ ਚਾਹਾਂ ਤੇ ਮੈਂ ਗੂਗਲ ਤੇ ਪਾ ਸਕਦਾ, ਮੈਂ 에ਅਰ ਇੰਡੀਆ ਦਾ ਕਿੰਨਾ ਆ ਰਿਹਾ, $2500-2700 ਆ ਰਿਹਾ ਇੱਕ ਪਾਸੇ ਦਾ ਫੇਰ। ਬਿਲਕੁਲ ਜੀ, ਬਿਲਕੁਲ। ਜੇ ਰਿਟਰਨ ਦੋਵੇਂ ਪਾਸੇ ਲਵੋ ਤੇ ਰਿਟਰਨ ਫੇਰ ਵੀ ਸਸਤਾ ਹੋ ਜਾਂਦਾ ਹੈ। ਤੇ ਫਿਰ ਇਹ ਜਿਹੜੀ ਚੀਜ਼ ਹੈ, ਤੇ ਅਸੀਂ ਗੱਲ ਕਰ ਰਹੇ ਸੀ ਇਹਨਾਂ ਦੀ ਫਲੀਟ ਹੈ, ਤੇ ਬਾਕੀ ਜਿਹੜੇ ਮੁਲਕਾਂ ਨੂੰ ਜਾਂਦੇ ਨੇ ਸਾਰੇ ਦੇਖੋ, ਪਰ ਆ ਜਿਹੜਾ ਫੇਅਰ ਹੈ, ਪਰ ਇਹ ਜਿਹੜਾ ਰੈਗੂਲਰ 2 ਬੈਗ ਨੇ, ਮੀਲ ਹੈ, ਇਹ ਸਾਰਾ ਕੁਝ ਜਿਹੜਾ ਵਾ ਉਹ 에ਅਰਲਾਈਨ ਜਿਹੜੀ ਹੈ ਉਹ ਉਹਦੇ ਤੇ ਮਿਲ ਰਿਹਾ ਜੀ। ਤੇ ਸਮੀਪ ਜੀ ਇਹ ਜ਼ਰੂਰ ਦੱਸੋ ਕਿ 에ਅਰਲਾਈਨ ਦੀ ਅਨਾਉਂਸਮੈਂਟ ਦੇ ਨਾਲ ਹੀ ਇੱਥੇ ਦੌੜ ਲੱਗੀ ਆ ਕ੍ਰੈਡਿਟ ਦੀ, ਕ੍ਰੈਡਿਟ ਵਾਰ ਸ਼ੁਰੂ ਹੋ ਗਈ ਆ, ਕਿ ਅਸੀਂ ਇਸ ਕ੍ਰੈਡਿਟ ਵਾਰ ਦਾ ਹਿੱਸਾ ਹਾਂ ਕਿ ਸਾਡੇ ਕੋਲੋਂ ਸਾਰਾ ਕੁਝ ਉਦਾਂ ਹੀ ਖੋ ਕੇ ਲੋਕ ਲੈ ਚੱਲੇ ਨੇ। ਹਾਲੇ ਇੰਨੀ ਜਿੰਨੀ ਕਿ ਲੰਡਨ ਫਲਾਈਟ ਦੀ, ਜਾਂ ਉਦੋਂ ਪਿੱਛੇ ਜੇ 20 ਦਸੰਬਰ 'ਚ, ਕਿੰਨੀ ਦਸੰਬਰ ਨੂੰ MP ਰਾਘਵ ਚੱਡਾ ਬੋਲੇ ਆਮ ਆਦਮੀ ਪਾਰਟੀ ਦੀ ਪਾਰਲੀਮੈਂਟ 'ਚ, ਤੇ ਆਈ ਥਿੰਕ ਸਾਨੀ ਸਾਹਿਬ ਉਹਨਾਂ ਨੇ ਵੀ ਕਿਹਾ ਹੋਣਾ ਕਿ ਫਲਾਈਟਾਂ ਸ਼ੁਰੂ ਹੋਣੀ ਚਾਹੀਦੀਆਂ, ਜਸਟ ਬੋਲਦੇ ਹੀ ਨੇ ਉਹ, ਕਿਸੇ 에ਅਰਲਾਈਨ ਨਾਲ ਗੱਲਬਾਤ ਨਹੀਂ ਕਰਦੇ। ਪਰ ਚਲੋ ਤੇ ਮੰਤਰੀ ਸਾਹਿਬ ਨੂੰ ਵੀ ਮਿਲੇ ਨੇ ਹੁਣ 1 ਮਾਰਚ ਨੂੰ, ਜਿਹੜੇ ਮਾਨਯੋਗ ਮੰਤਰੀ ਨੇ ਧਾਲੀਵਾਲ ਸਾਹਿਬ, ਉਹ ਸਿੰਧੀਆ ਜੀ ਨੂੰ ਮਿਲੇ ਦਿੱਲੀ 'ਚ, ਤੇ ਚਿੱਠੀ ਦਿੱਤੀ ਕਿ ਸਿੱਧੀਆਂ ਫਲਾਈਟ ਸ਼ੁਰੂ ਹੋਣ, ਡਾਇਰੈਕਟ 에ਅਰ ਇੰਡੀਆ ਸ਼ੁਰੂ ਕਰੇ। ਠੀਕ ਹੈ ਜੀ। ਤੇ ਕੁਝ 1-2 ਸਾਡੇ ਟਵਿੱਟਰ ਹੈਂਡਲ ਤੇ ਸਾਨੂੰ ਟਵੀਟਸ ਭੇਜੀਆਂ ਕਿਸੇ ਨੇ, ਕੋਈ ਆਮ ਆਦਮੀ ਪਾਰਟੀ ਦੇ ਕੋਈ ਪ੍ਰੈਜ਼ੀਡੈਂਟ, ਕੋਈ ਕਿਸੇ ਵਿੰਗ ਦੇ, ਕੋਈ ਕਿਸੇ ਵਿੰਗ ਦੇ, ਤੇ ਉਹਨਾਂ ਨੇ ਲਿਖਿਆ ਜੀ ਕਿ 4 ਮਾਰਚ ਤੋਂ ਫਲਾਈਟਾਂ ਸ਼ੁਰੂ, ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਮੰਗ ਨੂੰ ਕੀਤਾ ਪੂਰਾ। ਮੈਂ ਇੱਥੇ ਅਸਲ ਟਵਿੱਟਰ ਖੋਲਿਆ ਨਹੀਂ ਹੈ, ਪਰ ਮੈਂ ਜ਼ਰੂਰ ਦਿਖਾਉਂਦਾ ਸਾਰਿਆਂ ਨੂੰ, ਤੇ ਕੋਸ਼ਿਸ਼ ਕਰਦਾ ਹਾਂ ਜੇ ਖੋਲ ਸਕਿਆ ਤੇ ਦਿਖਾ ਸਕਾਂ। ਪਰ ਉਹਨਾਂ ਨੇ ਲਿਖਿਆ ਕਿ 1 ਮਾਰਚ ਨੂੰ ਮਿਲੇ ਨੇ, 4 ਮਾਰਚ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਰਹੀਆਂ ਸਿੱਧੀਆਂ ਫਲਾਈਟਾਂ, ਤੇ ਨਾਲ ਦੀ ਨਾਲ ਜੀ ਮੋਹਾਲੀ ਤੋਂ ਵੀ ਸ਼ੁਰੂ ਹੋ ਰਹੀਆਂ ਜੀ। ਅੱਛਾ ਜੀ, ਸੋ ਕੀ ਬਾਤ ਹੈ। 4 ਅਪ੍ਰੈਲ ਤੋਂ ਮੋਹਾਲੀ ਤੋਂ ਸ਼ੁਰੂ ਹੋ ਰਹੀਆਂ ਨੇ। ਵੱਡੀ ਮੰਗ ਧਾਲੀਵਾਲ ਸਾਹਿਬ ਨੇ ਪੂਰੀ ਕੀਤੀ ਹੈ, ਚਲੋ ਕ੍ਰੈਡਿਟ ਲੈ ਲੈਣ, ਤੇ ਬਾਕੀ ਹੋਰ ਕਾਫੀ ਸੱਜਣ ਜਿਹੜੇ ਨੇ, ਚਲੋ ਜਿਸ ਤਰ੍ਹਾਂ ਵੀ ਹੈ, ਪਰ ਅਸੀਂ ਵੀ ਕਹਿ ਦਈਏ ਕਿ ਸਾਡਾ ਕ੍ਰੈਡਿਟ ਇੰਨਾ ਜ਼ਰੂਰ ਹੈ, ਅਸੀਂ ਸਾਰਾ ਕੁਝ ਅਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਹਾਂ, ਤੇ ਅਸੀਂ ਕੋਈ ਕ੍ਰੈਡਿਟ ਲੈਣ ਲਈ ਨਹੀਂ ਆਏ। ਗੱਲ ਕੀਤੀ ਹੈ, ਗੱਲ ਤਾਂ ਕਰ ਰਹੇ ਹਾਂ ਕਿਉਂਕਿ ਆਨੰਦ ਇਹ ਇੰਨਾ ਦੁੱਖ ਹੋ ਰਿਹਾ ਵਾ ਕਿ ਸਾਨੂੰ ਇੰਨੇ ਸਾਲ ਹੋ ਗਏ ਨੇ ਇਹ ਕੋਸ਼ਿਸ਼ ਕਰਦਿਆਂ ਨੂੰ, ਤੇ ਸਾਡੀ ਇਹ ਤਰਾਸਦੀ ਹੈ ਜੀ ਕਿ ਅਸੀਂ ਇਕੱਠੇ ਹੋ ਕੇ, ਲਾਮਬੰਦ ਹੋ ਕੇ ਕੰਮ ਨਹੀਂ ਕਰਦੇ। ਜੇ ਕੋਈ ਕੰਮ ਵਿੱਢੇ, ਉਹਦੇ ਥੱਲੋਂ ਅਸੀਂ ਕਾਰਪੈਟ ਖਿੱਚਣ ਦਾ ਕੰਮ ਜ਼ਰੂਰ ਕਰਦੇ ਹਾਂ। ਅਸੀਂ ਵੱਖ-ਵੱਖ ਤੁਰ ਕੇ, ਵੱਖ-ਵੱਖ ਝੰਡਿਆਂ ਦੇ ਥੱਲੇ ਤੁਰਨ ਦੀ ਸਾਡੀ ਆਦਤ ਹੈ। ਅਸੀਂ ਇੱਕੋ ਝੰਡੇ ਦੇ ਥੱਲੇ ਲਾਮਬੰਦ ਹੋ ਕੇ, ਜੇ ਇਕੱਠੇ ਹੋ ਕੇ ਚੱਲਦੇ ਹੁੰਦੇ, ਤੇ 40-50 ਸਾਲਾਂ ਦੇ ਵਿੱਚ ਸਾਡੇ ਕੋਲ ਆਪਣੀਆਂ ਦੇਸ਼ ਨੂੰ ਜੋੜਨ ਲਈ, ਉਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਉਡਾਨਾਂ ਆ ਜਾਂਦਾ ਕਿ 에ਅਰਪੋਰਟ ਕਿਤੇ ਲੁਧਿਆਣੇ ਆ ਗਿਆ, ਉਹ MP ਕੋ ਜਾਈਦਾ ਲੁਧਿਆਣੇ ਦਾ ਸ਼ੁਰੂ ਕਰਾ ਦਿਓ ਜੀ। ਪਰ ਜਿਹੜੀ ਮੇਨ ਗੱਲ ਇੱਕ ਹੋਰ ਹੈ, ਉਹ ਇਹ ਹੈ ਕਿ ਸਾਨੂੰ ਪਿਛਲੀ ਸਰਕਾਰ ਵੇਲੇ ਅਸੀਂ ਬਾਕੀ ਸ਼ਹਿਰਾਂ ਤੋਂ ਵੀ ਕਹੀ ਸੀ, ਪਰ ਕਿਹਾ ਸੀ ਕਿ ਦਰਬਾਰ ਘਿਓ ਮੰਡੀ ਚੌਂਕ, ਜਿੱਥੇ ਉਹ ਮੈਟਰੋ ਬੱਸ ਪਹੁੰਚਦੀ ਹੈ ਬੱਸ ਸਟੈਂਡ ਦੇ ਕੋਲ, 에ਅਰਪੋਰਟ ਨੂੰ ਮੈਟਰੋ ਬੱਸ ਨਾਲ ਜੋੜ ਦਿਓ, ਵੱਖ-ਵੱਖ ਸ਼ਹਿਰ ਦੇ ਵੱਡੇ ਹਿੱਸਿਆਂ ਨਾਲ। ਬਿਲਕੁਲ 2 ਹਫ਼ਤੇ ਸ਼ੁਰੂ ਕੀਤੀ, ਛੋਟਾ ਜਿਹਾ ਮੁਜ਼ਾਹਰਾ ਹੋਇਆ ਤੇ ਬੰਦ ਕਰ ਦਿੱਤੀ, ਤੇ ਕੋਈ ਸ਼ੁਰੂ ਨਹੀਂ। ਹੁਣ ਮੈਨੂੰ ਪਿਛਲੇ ਸਾਲ ਮੈਂ ਅਗਸਤ ਵਿੱਚ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ, ਮੰਤਰੀ ਨਿੱਜਰ ਸਾਹਿਬ ਨੇ, ਉਹਨਾਂ ਦੇ ਅੰਡਰ ਹੈ ਜੀ ਮੈਟਰੋ ਬੱਸ ਲੋਕਲ ਦਾ, ਤੇ ਫਿਰ ਉਹ ਕਹਿੰਦੇ ਜੀ ਟਰਾਂਸਪੋਰਟ ਨੂੰ ਪਰਮਿਟ ਭੇਜਣਾ ਵਾ। ਪਰਮਿਟ ਦਾ ਮੈਂ ਆਪ ਕਾਲਾਂ ਕਰ ਕਰਕੇ ਫਾਈਲ ਮੂਵ ਕਰਾਈ, ਮੈਂ ਉਹਨਾਂ ਨੂੰ ਕਿਹਾ ਫਾਈਲ ਹੀ ਨਹੀਂ ਮੂਵ ਕਰਦੇ, ਜਦ ਕਿ ਅਸੀਂ ਦਿੱਲੀ ਜਾਈਏ ਨਾ, ਅਸੀਂ ਕੋਈ ਦਿੱਲੀ ਸਰਕਾਰ ਜਾਂ ਏਦਾਂ ਕੁਝ ਨਹੀਂ ਹੈਗੇ। ਜਦੋਂ ਅਸੀਂ ਉਡਾਨ ਸਕੀਮ ਸੀ ਜਿਹੜੀ, ਜੇ ਹੁਣ ਜੈਪੁਰ ਫਲਾਈਟ ਚੱਲ ਰਹੀ ਹੈ, ਉਹ ਕਹਿੰਦੇ ਜੀ ਅੰਮ੍ਰਿਤਸਰ ਸੇ ਆਓ ਗੁਰੂ ਨਗਰੀ, ਕਿਆ ਚਾਹੀਏ ਆਪਕੋ, ਜੈਨ ਸਿन्हा ਜੀ ਨੇ ਕਿਹਾ। ਠੀਕ ਹੈ ਜੀ ਗੱਲ। ਤੇ ਇੱਥੇ ਮੈਂ ਉਹਨਾਂ ਨੂੰ ਕਿਹਾ ਫਾਈਲ ਕਿਤੇ, ਸਾਡੇ ਕੋਲ ਹਜ਼ਾਰਾਂ ਫਾਈਲਾਂ ਨੇ, ਮੈਂ ਉਹਨਾਂ ਨੂੰ ਕਿਹਾ ਵੀ ਦਰਬਾਰ ਸਾਹਿਬ ਨੂੰ ਹੈਗੀ ਫਾਈਲ ਨੂੰ ਚੁੱਕ ਕੇ ਮੱਥੇ ਤੇ ਲਾਓ, ਮੇਰੇ ਵਰਗਾ ਬੰਦਾ ਮੱਥੇ ਤੇ ਲਾਵੇ, ਹਾਂ ਵੀ ਇਹ ਕੰਮ ਪਹਿਲਾਂ ਹੋਵੇ, ਤਾਂ ਅਸੀਂ ਕਹਿੰਦੇ ਆ ਕਿ ਕ੍ਰੈਡਿਟ ਲੈਣਾ ਲਵੋ,
ਪਰ ਜੇ ਕੰਮ ਕਰੋ ਤਾਂ ਹੀ ਲਵੋ ਨਾ। ਬਿਲਕੁਲ ਹੁਣ ਤੁਸੀਂ ਬਿਆਨ ਦਿੰਦੇ ਜੇ ਕਿ ਲੰਡਨ ਦੀ ਫਲਾਈਟ ਸ਼ੁਰੂ ਹੋ ਰਹੀ ਹੈ, ਰਾਘਵ ਚੱਡਾ ਜੀ ਐਮਪੀ ਜਿਹੜੇ ਨੇ, ਉਹ ਲੰਡਨ ਦੀ ਫਲਾਈਟ ਆਲਰੇਡੀ ਚੱਲ ਰਹੀ, ਸਾਡੀ ਡਿਮੋਸ਼ਨ ਹੋ ਰਹੀ ਹੈ, ਹੀਥਰੋ ਬੰਦ ਹੋ ਕੇ ਗੈਟਵਿਕ ਹੋਣ ਲੱਗੀ ਆ, ਜਿੱਥੇ ਕੋਈ ਕਨੈਕਟੀਵਿਟੀ ਨਹੀਂ ਹੈ ਟੋਰਾਂਟੋ ਤੇ ਕੈਨੇਡਾ ਦੀ ਇਸ ਵੇਲੇ। ਹਾਂ, ਮੈਂ ਇੱਕ ਗੱਲ ਜ਼ਰੂਰ ਗਲਤ ਕਹਿ ਗਿਆ ਕਿ ਦਿੱਲੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਇਸ ਸਮੇਂ, ਹੈਗਾ ਇੱਕ ਹੋਰ, ਉਹ ਹੈਗਾ ਅੰਮ੍ਰਿਤਸਰ ਹੀਥਰੋ, ਹੀਥਰੋ ਤੋਂ ਟੋਰਾਂਟੋ ਤੇ ਹੀਥਰੋ ਤੋਂ ਵੈਨਕੂਵਰ ਲੋਕੀ ਆ ਜਾ ਰਹੇ ਨੇ, ਪਰ 25 ਮਾਰਚ ਤੱਕ ਆ ਜਾ ਸਕਣਗੇ, ਉਸ ਤੋਂ ਬਾਅਦ ਉਹ ਫਲਾਈਟ ਬੰਦ ਹੈ, ਹਫਤੇ 'ਚ 3 ਦਿਨ ਫਲਾਈਟ ਚੱਲ ਰਹੀ ਹੈ। ਬਿਲਕੁਲ ਇਹਦੇ ਵਿੱਚ ਇਹ ਦੱਸਣਾ ਜ਼ਰੂਰੀ ਸਮਝਾਂਗੇ ਕਿ ਇਹਦੇ ਜਿਹੜੇ ਐਮਪੀ ਸਾਹਿਬਾਨ ਬਿਨਾਂ ਕਿਸੇ ਕੰਮ ਕੀਤੇ ਕ੍ਰੈਡਿਟ ਲੈਂਦੇ ਆ, ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਮਿਨਿਸਟਰ ਹਰਦੀਪ ਸਿੰਘ ਪੁਰੀ ਹੋਣਾ ਨੇ ਕਿੰਨੇ ਐਫਰਟ ਕਰਕੇ, ਹਾਲਾਂਕਿ ਸਾਡੀ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਅਫੀਲੀਏਸ਼ਨ ਨਹੀਂ ਹੈ, ਬਟ ਇੱਥੇ ਦੱਸਣਾ ਜ਼ਰੂਰ ਸਮਝਾਂਗੇ ਕਿ ਉਹਨਾਂ ਨੇ ਜ਼ਰੂਰ ਐਫਰਟ ਕੀਤਾ ਔਰ ਉਹ ਫਲਾਈਟਾਂ ਚਲਾਉਣ ਦੇ ਵਿੱਚ ਇੱਕ ਸਹਾਈ ਰੋਲ ਜੋ ਹੈ ਉਹ ਅਦਾ ਕੀਤਾ। ਹਾਂਜੀ, ਉਹਨਾਂ ਨੇ, ਉਹ ਖੁਦ ਜਦੋਂ ਮੈਂ ਅੰਮ੍ਰਿਤਸਰ ਤੋਂ ਜਿਹੜਾ ਜਿੱਥੇ ਏਕ ਓਂਕਾਰ ਲਿਖਿਆ ਸੀ ਗਿਆ ਸੀ ਸਟੈਨਸਟੈਡ ਲੰਡਨ ਦਾ, ਉਹ ਉਹਨਾਂ ਦੇ ਵੇਲੇ ਸ਼ੁਰੂ ਹੋਈ ਹੈ, ਬਰਮਿੰਗਮ ਉਹਨਾਂ ਦੇ ਵੇਲੇ ਸ਼ੁਰੂ ਹੋਈ ਹੈ। ਜਿਹੜੇ ਐਮਪੀ ਔਜਲਾ ਨੇ ਸਾਡੇ ਅੰਮ੍ਰਿਤਸਰ ਦੇ, ਉਹ ਵੀ, ਹਾਲਾਂਕਿ ਉਦੋਂ ਅੰਮ੍ਰਿਤਸਰ ਬਰਮਿੰਗਮ ਦੀ ਵੀ ਕ੍ਰੈਡਿਟ ਵਾਰਡ ਲੱਗੀ ਸੀ, ਅੱਛਾ ਆਪਾਂ ਦੱਸ ਦਈਏ, ਉਹ ਐਮਪੀ ਸ਼ਵੇਤ ਮਲਿਕ ਜੀ ਸੀ ਉਦੋਂ ਬੀਜੇਪੀ ਦੇ, ਠੀਕ ਹੈ ਜੀ। ਉਹਨਾਂ ਨਾਲ ਵੀ ਸਾਡੀ ਗੱਲ ਹੁੰਦੀ ਰਹੀ, ਉਹ ਵੀ ਉਹਨਾਂ ਨੇ ਵੀ ਜੈਨ ਸਿਨਹਾ ਜੀ ਨੂੰ ਮਿਲੇ, ਵਿਜੇ ਸਾਂਪਲਾ ਜੀ, ਸਾਡੀ ਜਿਹੜੀ ਮੀਟਿੰਗ ਕਰਵਾਈ ਸੀ, ਉਹ ਵਿਜੇ ਸਾਂਪਲਾ ਜੀ ਸਾਨੂੰ ਦਿੱਲੀ ਲੈ ਕੇ ਗਏ ਜੈਨ ਸਿਨਹਾ ਜੀ ਨਾਲ, ਫਿਰ ਉਹਨਾਂ ਨੇ ਕਿਹਾ ਟੂਰਿਜ਼ਮ ਮਿਨਿਸਟਰ ਨਾਲ ਮਿਲੋ, ਫਿਰ ਉਡਾਨ ਦੀ ਸਕੀਮ 'ਚ ਆਇਆ ਅੰਮ੍ਰਿਤਸਰ। ਪਹਿਲਾਂ ਤੇ ਪੰਜਾਬ ਸਰਕਾਰ ਨੇ ਚਿੱਠੀ ਲਿਖੀ, ਚੰਡੀਗੜ੍ਹ ਦੀ ਚਿੱਠੀ ਲਿਖ ਰਹੇ ਸੀ ਕਿ ਉਡਾਨ ਦੇ ਰੂਟ ਸ਼ੁਰੂ ਕਰਾਉਣ ਲੇਹ ਨੂੰ, ਲਦਾਖ ਨੂੰ, ਪਰ ਅੰਮ੍ਰਿਤਸਰ ਨਹੀਂ ਕੋਈ ਟੂਰਿਜ਼ਮ ਦਾ ਕਰ ਰਹੇ ਸੀ। ਸੋ ਜਿੱਥੇ ਚੱਡਾ ਸਾਹਿਬ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਤੋਂ ਪਹਿਲਾਂ ਐਮਪੀ ਗੁਰਜੀਤ ਔਜਲਾ ਪਾਰਲੀਮੈਂਟ ਵਿੱਚ ਕਿੰਨੀ ਵਾਰ ਬੋਲੇ, ਔਰ ਉਹ ਹਮੇਸ਼ਾ ਹੀ ਉਹਨਾਂ ਨੇ ਸਹਾਈ ਰੋਲ ਜਿਹੜਾ ਹੈ ਉਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਨਾਲ ਹਮੇਸ਼ਾ ਖੜੇ ਔਰ ਹਮੇਸ਼ਾ ਸਹਾਈ ਰੋਲ ਪਲੇ ਕੀਤਾ। ਤੇ ਮਲਕ ਸਾਹਿਬ ਨੇ ਜਦੋਂ ਵੀ ਕਾਲ ਕੀਤੀ ਉਹਨਾਂ ਨੂੰ, ਉਹ ਬੀਜੇਪੀ ਦੇ ਸੀ, ਤੇ ਮੈਨੂੰ ਖੁਸ਼ੀ ਸੀ ਜਦੋਂ ਐਕਸਪ੍ਰੈਸਵੇ ਦਾ ਪ੍ਰੋਬਲਮ ਹੋਈ ਅਨੰਤ, ਜਦੋਂ ਐਕਸਪ੍ਰੈਸ ਅੰਮ੍ਰਿਤਸਰ ਕੱਢ ਦਿੱਤਾ, ਉਦੋਂ ਐਮਪੀ ਔਜਲਾ ਜੀ ਤੇ ਐਮਪੀ ਮਲਕ ਜੀ ਦੋਵੇਂ ਇਕੱਠੇ, ਇਹਨਾਂ ਨੇ ਜਿਹੜੀ ਵੀਡੀਓ ਕਾਨਫਰੰਸ ਹੋਈ, ਇਕੱਠੇ ਬੈਠੇ ਸੀ ਉੱਥੇ ਉਦੋਂ ਅੰਮ੍ਰਿਤਸਰੋਂ, ਇਕੱਠਾ ਇਕਜੁੱਟ ਹੋ ਕੇ ਇਹ ਜਿਹੜਾ ਐਕਸਪ੍ਰੈਸਵੇ ਵਾਪਸ ਅੰਮ੍ਰਿਤਸਰੋਂ ਲਿਆਂਦਾ ਸੀ, ਜਿਹੜਾ ਕਿ ਸਰਕਾਰ ਨੇ ਕਢਵਾਤਾ ਸੀ, ਪੰਜਾਬ ਸਰਕਾਰ ਕਹ ਲਓ ਜਾਂ ਜਿਹੜਾ ਵੀ ਸ਼ਰੰਤਰ ਰਚਿਆ ਗਿਆ ਸੀ। ਸੋ ਇਸੇ ਤਰ੍ਹਾਂ ਉਦੋਂ ਵੀ ਕ੍ਰੈਡਿਟ ਵਾਰ ਸ਼ੁਰੂ ਹੋਈ ਸੀ, ਜਦੋਂ ਬਰਮਿੰਗਮ ਫਲਾਈਟ ਸ਼ੁਰੂ ਹੋਈ 2018 ਵਿੱਚ, ਉਹਨਾਂ ਨੇ ਕਹਿੰਦੇ ਮੈਂ ਕਰਾਈ, ਪਰ ਸੱਚਾਈ ਇਹ ਸੀ ਕਿ 에ਅਰ ਇੰਡੀਆ ਨੇ ਫਲਾਈਟ ਸ਼ੁਰੂ ਕੀਤੀ ਹੈ, ਤੇ ਉਹਨਾਂ ਦੀ ਗੱਲ ਵੀ ਠੀਕ ਸੀ। ਮੈਂ ਕੀ ਕਹਾਂ ਕਿ ਸਰਕਾਰ ਇਸ ਸਮੇਂ ਬੀਜੇਪੀ ਦੀ ਸੀ, ਸੋ ਉਹਨਾਂ ਦੀ ਸਰਕਾਰ ਵੇਲੇ ਫਲਾਈਟ ਸ਼ੁਰੂ ਹੋਈ ਹੈ, 에ਅਰ ਇੰਡੀਆ ਸਰਕਾਰੀ ਸੀ, ਪਰ ਹੁਣ 에ਅਰ ਇੰਡੀਆ ਪ੍ਰਾਈਵੇਟ ਹੈ। ਇਹਨਾਂ ਐਮਪੀਜ਼ ਨੂੰ, ਐਮਐਲਏਜ਼ ਨੂੰ, ਸਾਰਿਆਂ ਨੂੰ ਇਹ ਰੀਅਲਾਈਜ਼ ਹੋਣਾ ਚਾਹੀਦਾ। ਹਾਂਜੀ, ਜੋਤਿਰਾਦਿੱਤਿਆ ਸਿੰਧੀਆ ਜੀ ਐਜ਼ ਅ ਰੋਲ ਭੇਜ ਸਕਦੇ ਨੇ ਚਿੱਠੀ ਉਹਨਾਂ ਨੂੰ, ਜਿੱਥੇ ਤੱਕ ਮੇਰੀ ਸਮਝ ਹੈ, ਜਿੱਦਾਂ ਕਿ ਕੈਨੇਡਾ ਦੇ ਐਮਪੀ ਪਹਿਲਾਂ ਬਹਾਨਾ ਲਾਉਂਦੇ ਸੀ, ਤੇ ਮਿਨਿਸਟਰ ਵੀ ਅਸੀਂ 에ਅਰਲਾਈਨ ਨੂੰ ਫੋਰਸ ਨਹੀਂ ਕਰ ਸਕਦੇ, ਉਹ ਪ੍ਰਾਈਵੇਟ 에ਅਰਲਾਈਨ ਹੈ। ਇਸੇ ਤਰ੍ਹਾਂ ਹੁਣ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਲੀਡਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਫਲਾਈਟ 에ਅਰਲਾਈਨ ਨੇ ਸ਼ੁਰੂ ਕਰਨੀ ਹੈ, ਹੁਣ ਸਰਕਾਰ ਨੇ ਸ਼ੁਰੂ ਨਹੀਂ ਕਰਨੀ। ਜਾਂ ਪਰ ਉਹ ਫਿਰ ਵੀ ਇੱਕ ਮਲਟੀ ਪਾਰਟੀ ਡੈਲੀਗੇਸ਼ਨ ਲੈ ਕੇ ਐਮਪੀ ਤੇ ਐਮਐਲਏ ਸਾਹਿਬ ਉਹ ਜ਼ਰੂਰ ਜਾ ਸਕਦੇ ਆ, ਤਾਂ ਕਿ ਇਲਾਕੇ ਦੇ ਲਈ ਇਕੱਠਾ ਇੱਕ ਵਫਦ ਲੈ ਕੇ ਜਾਣ ਕਿ ਇਲਾਕੇ ਦੇ ਲਈ ਗੱਲ ਕਰਨ। ਇਲਾਕਾ ਸਿਰਫ ਅੰਮ੍ਰਿਤਸਰ ਇਲਾਕਾ ਨਹੀਂ, ਅੰਮ੍ਰਿਤਸਰ ਇੱਕ ਪ੍ਰਤੀਨਿਧ ਸਿਟੀ ਸ਼ਹਿਰ ਹੈ ਪੂਰੇ ਪੰਜਾਬ ਦਾ। ਹਾਂਜੀ, ਸੋ ਅੰਮ੍ਰਿਤਸਰ ਲਈ ਜੇ ਕੋਈ ਕੰਮ ਹੁੰਦਾ ਤੇ ਉਹ ਪੰਜਾਬ ਲਈ ਕੰਮ ਮੰਨਿਆ ਜਾਏਗਾ। ਹਾਂ, ਸੋ ਘੱਟੋ ਘੱਟ ਹੁਣ ਦੇਖੋ ਦਿੱਲੀ ਨੂੰ ਕਿੰਨੀਆਂ ਬੱਸਾਂ ਲਾਤੀਆਂ, ਤੇ ਕਿਤੇ ਚ ਅਸੀਂ 90,000 ਯਾਤਰੀ ਲੈ ਗਏ ਹਾਂ, ਠੀਕ ਹੈ, ਪਰ ਕੀ ਅੰਮ੍ਰਿਤਸਰ ਨੂੰ ਬੱਸ ਨਹੀਂ ਚੱਲ ਸਕਦੀ? 100 ਫਲਾਈਟਾਂ ਅੰਮ੍ਰਿਤਸਰ ਦੇ ਹਫਤੇ ਦੀ ਜਾ ਰਹੀਆਂ ਨੇ ਇੰਟਰਨੈਸ਼ਨਲ, ਤੇ ਕੀ ਅੰਮ੍ਰਿਤਸਰ ਨੂੰ ਬੱਸ ਨਹੀਂ ਲੱਗ ਸਕਦੀ? ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਕਰਕੇ ਸਾਨੂੰ ਬਹੁਤ ਦੁੱਖ ਹੁੰਦਾ ਵਾ ਜਦੋਂ ਦੇਖੀਦਾ ਵਾ ਕਿ ਇਸ ਤਰ੍ਹਾਂ ਕ੍ਰੈਡਿਟ ਵਾਰ ਦੇ ਚੱਕਰ 'ਚ ਕਈ ਜਿਹੜੇ ਸਾਡੇ ਵੇਖੋ, ਸਰਕਾਰ ਜੇ ਆਪ ਨਹੀਂ ਲਾ ਸਕਦੀ ਤੇ ਜਿਹੜੀਆਂ ਕੋਚ ਬੱਸਸ, ਵੋਲਵੋ ਬੱਸਸ ਚਲਾਉਂਦੀਆਂ ਕੰਪਨੀਆਂ ਨੂੰ ਪ੍ਰਮੋਟ ਕਰ ਸਕਦੀ, ਜਾਂ ਉਹਨਾਂ ਨੂੰ ਇਨਸੈਂਟੀਵਾਈਜ਼ ਕਰ ਸਕਦੀ, ਜਾਂ ਉਹਨਾਂ ਨੂੰ ਇਸ ਚੀਜ਼ ਵੱਲ ਇਨਕਰੇਜ ਕਰ ਸਕਦੀ ਆ ਵੀ ਤੁਸੀਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ, ਪਟਿਆਲੇ ਤੋਂ, ਬਠਿੰਡੇ ਤੋਂ, ਮੋਹਾਲੀ ਤੋਂ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਚੱਲ ਰਿਹਾ ਹੈ, ਇਹਨੂੰ ਇਨਕਰੇਜ ਕਰਨ ਲਈ ਇੱਥੋਂ ਬੱਸਾਂ ਲਾਈਆਂ ਜਾਣ, ਤਾਂ ਕਿ ਜੋ ਆਪਸ਼ਨਸ ਅਵੇਲੇਬਲ ਨੇ ਉਹ ਸਾਰੀਆਂ ਯੂਜ਼ ਕੀਤੀਆਂ ਜਾਣ। ਦਿੱਲੀ ਨੂੰ ਵੀ ਬੱਸਾਂ ਲਾਈਆਂ, ਬੜੀ ਇੱਕ ਚੰਗੀ ਗੱਲ ਹੈ, 70-80 ਹਜ਼ਾਰ ਯਾਤਰੀ ਉਹਨਾਂ ਦੇ ਗਿਆ ਹੁਣ ਤੱਕ, ਤੇ ਇਹੋ ਹੀ ਕੰਮ ਅੰਮ੍ਰਿਤਸਰ ਵੱਲ ਨੂੰ ਵੀ ਲਾਇਆ ਜਾਏ ਤਾਂ ਕਿ ਇਹਨੂੰ ਵੀ ਉਤਸ਼ਾਹ ਮਿਲੇ। ਹਾਂਜੀ, ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਤੁਹਾਨੂੰ ਦਿਖਾਵਾਂ ਕਿਸ ਤਰ੍ਹਾਂ ਕੋਈ ਆਪ ਦੇ, ਚਲੋ ਸਾਨੂੰ ਕੁਝ ਨਹੀਂ, ਅਸੀਂ ਬਹੁਤਾ ਪੋਲਿਟਿਕਸ ਇੰਟਰਫੇਅਰ ਨਹੀਂ ਕਰਦੇ, ਅਸੀਂ ਸਾਰਿਆਂ ਤੱਕ ਪਹੁੰਚ ਕਰਦੇ ਹਾਂ। ਪਰ ਇਹ ਦੇਖੋ ਜੀ, ਆ ਟਵੀਟ ਹੈ ਜੀ, ਆ ਦੇਖੋ ਕਿੰਨੀ ਗਲਤ ਇਨਫੋਰਮੇਸ਼ਨ ਦਿੱਤੀ ਗਈ ਹੈ। ਸੋ
ਇਹ ਕੋਈ ਜਿਹੜਾ ਵੀ ਟਵਿੱਟਰ ਹੈ ਸਾਨੂੰ ਬਲੌਕ ਕਰ ਦਿੱਤਾ ਇਹਨਾਂ ਨੇ, ਤੇ ਇਹ ਅਸੀਂ ਸ਼ਾਇਦ, ਮੈਨੂੰ ਪਤਾ ਨਹੀਂ, ਸ਼ਾਇਦ ਟਵਿੱਟਰ ਖੋਲੇਗਾ। ਦੇਖੋ ਬਲੌਕ ਕਰ ਦਿੱਤਾ ਗਿਆ ਸਾਨੂੰ, ਪਰ ਮੈਂ ਫਿਰ ਦਿਖਾ ਦਿੰਦਾ ਕਿ ਇੱਥੇ ਸਕਰੀਨ ਤੇ ਆ ਰਿਹਾ ਹੈ ਕਿ ਆਵਰ ਮਾਨ ਸਾਹਿਬ ਹੈਜ਼ ਪ੍ਰੋਮਿਸਡ। ਸੋ ਧਾਲੀਵਾਲ ਸਾਹਿਬ ਵੇਖੋ ਜੀ, ਧਾਲੀਵਾਲ ਸਾਹਿਬ 1 ਮਾਰਚ ਨੂੰ ਮਿਲਦੇ ਨੇ। ਵੇਖੋ ਇਹ ਕਈ ਲੋਕੀ ਪੜ੍ਹੇ ਲਿਖੇ ਵੀ ਨੇ ਕਿ ਦੇਖੋ ਪੰਜਾਬੀਆਂ ਨੂੰ ਕਿੰਨਾ ਬੇਵਕੂਫ ਸਮਝਿਆ। 1 ਮਾਰਚ ਨੂੰ ਮੰਤਰੀ ਨੂੰ ਮਿਲਦੇ ਨੇ, ਮੰਤਰੀ ਸਾਹਿਬ ਨੂੰ, ਤੇ 4 ਮਾਰਚ ਨੂੰ ਕਹਿੰਦੇ ਜੀ ਫਲਾਈਟ ਸ਼ੁਰੂ ਹੋ ਰਹੀ ਹੈ ਅੰਮ੍ਰਿਤਸਰੋਂ। ਦੇਖੋ ਇੱਕ ਬੱਸ ਨਹੀਂ ਇਹਨਾਂ ਕੋਲ ਪਾਈ ਜਾ ਰਹੀ, ਕਿਤੇ ਬੱਸਾਂ ਨਹੀਂ ਹੈਗੀਆਂ ਘਿਓ ਮੰਡੀ ਚਲਾਉਣ ਨੂੰ, ਤੇ 2 ਦਿਨਾਂ 'ਚ ਇਹਨਾਂ ਨੇ ਫਲਾਈਟ ਚਾਲੂ ਕਰਾਤੀ। ਜਿਹੜੇ ਸਾਡੇ MP ਸਾਹਿਬ ਨੇ, ਔਜਲਾ ਸਾਹਿਬ, ਵਿਚਾਰੇ ਕਿੰਨੇ ਸਾਲਾਂ ਦੇ ਲੱਗੇ ਨੇ। ਚਲੋ ਸਾਡਾ ਕੋਈ ਫਿਲੀਸ਼ਨ ਨਹੀਂ ਹੈ BJP ਨਾਲ ਵੀ, ਕਾਂਗਰਸ ਨਾਲ ਵੀ, ਕਿਸੇ ਨਾਲ ਫਿਲੀਸ਼ਨ ਨਹੀਂ ਹੈ, ਨਾ ਮੇਰਾ ਨਾ ਤੁਹਾਡਾ, ਨਾ ਮੈਂ ਵੋਟ ਪਾਣੀ ਹੈ ਜਾ ਕੇ ਉੱਥੇ। ਬਿਲਕੁਲ ਜੀ। ਤੇ ਇਹ ਦੇਖੋ ਕਿ ਇਹ ਕਿੰਨਾ ਮਿਸਗਾਈਡ ਕਰ ਰਹੇ ਨੇ। ਇਹ 'ਚ ਲਿਖਿਆ ਜੀ, ਵੇਖੋ ਇਹਦੇ 'ਚ ਵੀ ਇਹ ਦੱਸਣਾ ਚਾਹਾਂਗੇ ਕਿ ਮੰਤਰੀ ਸਾਹਿਬ, ਇਹਦੇ 'ਚ ਮੈਂ ਇਹ ਦੱਸਣਾ ਚਾਹਾਂਗਾ ਕਿ ਮੰਤਰੀ ਸਾਹਿਬ ਨੇ ਕੋਈ ਵੀ ਇਦਾਂ ਦੀ ਸ਼ਬਦਾਵਲੀ ਨਹੀਂ ਵਰਤੀ ਜਿਹਦੇ 'ਚੋਂ ਕ੍ਰੈਡਿਟ ਲੈਣ ਦਾ ਕੋਈ ਬਹੁਤ ਦੌੜ 'ਚ ਹੋਣ। ਜਿਹੜੇ ਉਹਨਾਂ ਦੇ ਸਪੋਰਟਰ ਨੇ, ਜੋ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਸਪੋਰਟਰ ਨੇ ਜੋ ਇਹਨਾਂ ਦੇ, ਉਹ ਆਪਣੇ ਕੋਲੋਂ ਮਨ ਘੜਨ ਇਹੋ ਜਿਹੀਆਂ ਖਬਰਾਂ ਪਾ ਕੇ ਤੇ ਮਿਨਿਸਟਰ ਸਾਹਿਬ ਦਾ ਸਿਰ ਸਗੋਂ ਨੀਵਾਂ ਕਰਾ ਰਹੇ ਨੇ। ਹਾਂ, ਮੈਨੂੰ ਖੁਸ਼ੀ ਹੈ ਕਿ ਧਾਲੀਵਾਲ ਸਾਹਿਬ ਪਹਿਲੇ ਮੰਤਰੀ ਸੀ ਜਿਹੜੇ ਕਿ ਦਿੱਲੀ ਗਏ ਸੀ ਉਦੋਂ, ਕੁਝ ਜਦੋਂ ਸਰਕਾਰ ਬਣਨ ਤੋਂ ਬਾਅਦ। ਹਾਲਾਂਕਿ ਮਾਨ ਸਾਹਿਬ ਨੇ ਜਦੋਂ ਟਵੀਟ ਕੀਤਾ, ਜਦੋਂ ਹਾਈ ਕਮਿਸ਼ਨ ਮਿਲਿਆ, ਉਦੋਂ ਸਿਰਫ ਚੰਡੀਗੜ੍ਹ ਦਾ ਨਾਂ ਲਿਆ। ਪਰ ਧਾਲੀਵਾਲ ਸਾਹਿਬ ਹੁਣ ਨਹੀਂ, ਪਹਿਲਾਂ ਵੀ ਗਏ ਨੇ। ਪਰ ਠੀਕ ਹੈ, ਉਹ ਮੰਤਰੀ ਸਾਹਿਬ ਕੋ ਗਏ ਨੇ, ਪਰ ਆ ਗਲਤ ਇਨਫੋਰਮੇਸ਼ਨ ਤੇ ਨਾ ਦਿਓ ਕਿ 4 ਮਾਰਚ ਨੂੰ ਫਲਾਈਟਾਂ ਸ਼ੁਰੂ ਹੋ ਰਹੀਆਂ ਤੇ ਮੋਹਾਲੀ ਤੋਂ ਵੀ ਸ਼ੁਰੂ ਹੋ ਜਾਣਗੀਆਂ ਜੀ ਫਲਾਈਟਾਂ। ਆ ਦੇਖੋ ਗਲਤ ਇਨਫੋਰਮੇਸ਼ਨ ਕਾਹਦੇ ਲਈ ਦੇ ਰਹੇ ਨੇ। ਸੋ ਅਸੀਂ ਇਹ ਪ੍ਰੋਗਰਾਮ ਜਿਹੜਾ ਕਰ ਰਹੇ ਸੀ, ਇਹਦਾ ਮੰਤਵ ਇਹ ਨਹੀਂ ਸੀ ਕਿ ਇਹ ਮੰਤਵ ਇਹੋ ਸੀ ਜਾਣਕਾਰੀ ਦੇਣ ਦਾ ਕਿ ਕਿਹੜੀ ਨਿਊਜ਼ 에ਅਰਲਾਈਨ ਹੈ। ਪਰ ਖੈਰ, ਤੁਸੀਂ ਗੱਲ ਕੀਤੀ ਹੈ ਕ੍ਰੈਡਿਟ ਦੀ, ਫਿਰ ਅਸੀਂ ਉਹਨਾਂ ਨੂੰ, ਸਾਰੇ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਆਓ, ਜਿਹੜੇ ਅਸੀਂ ਕੰਮ ਕਰਨ ਵਾਲੇ ਨੇ ਹਵਾਈ ਅੱਡੇ ਦੇ, ਖਾਸ ਕਰਕੇ ਬੱਸ ਸੇਵਾ, ਸਾਡੀ ਜ਼ਰੂਰ ਮੰਗ ਪੂਰੀ ਕਰਨ। ਜਿਹਨੇ ਕ੍ਰੈਡਿਟ ਲੈਣਾ ਜ਼ਰੂਰ, ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦੀ ਹਾਂ, ਹਮੇਸ਼ਾ ਧੰਨਵਾਦ ਕਰਦੇ ਹਾਂ, ਤੇ ਹਾਲੇ ਵੀ ਐਡਵਾਂਸ ਧੰਨਵਾਦ ਕਰਦੇ ਹਾਂ ਕਿ ਬੱਸ ਸੇਵਾ ਜ਼ਰੂਰ ਹੈ ਸਾਡੀ ਜਿਹੜੀ ਮੰਗ ਹੈ ਪੂਰੀ ਕਰਨ। ਤੇ ਅਸੀਂ ਇਹ ਵੀ ਆਸ਼ਵਾਸਨ ਉਹਨਾਂ ਨੂੰ ਦੇ ਸਕਦੇ ਹਾਂ ਕਿ ਅੱਜ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਕੈਂਪੇਨ ਚਲਾਈ ਆ ਅੰਮ੍ਰਿਤਸਰ ਨੂੰ ਦੁਨੀਆ ਦੇ ਵੱਖ-ਵੱਖ ਇਲਾਕਿਆਂ ਨਾਲ ਜੋੜਨ ਲਈ। ਤੇ ਜੋ ਨੌਲੇਜ, ਜੋ ਇਨਫੋਰਮੇਸ਼ਨ ਅਸੀਂ ਇਕੱਠੀ ਕੀਤੀ ਆ, ਉਹਨੂੰ ਵਰਤ ਕੇ ਅਸੀਂ ਹੋਰ ਵੀ 에ਅਰਲਾਈਨਾਂ ਨਾਲ ਗੱਲ ਕਰਕੇ ਦੂਜੇ ਹਵਾਈ ਅੱਡਿਆਂ ਨੂੰ ਵੀ ਹਵਾਈ ਸੇਵਾਵਾਂ ਜੋ ਹੈ ਉਹਦੇ ਨਾਲ ਜੋੜਨ ਦੇ ਵਿੱਚ ਮਦਦ ਕਰ ਸਕਾਂਗੇ। ਬਟ ਪਹਿਲਾਂ ਫੋਕਸ, ਬਹੁਤ ਵਧੀਆ ਫੋਕਸ ਵਿੱਚੋਂ ਮੈਂ ਕਹਿ ਰਿਹਾ, ਬਹੁਤ ਵਧੀਆ ਤੁਸੀਂ ਪੁਆਇੰਟ ਦੱਸਿਆ ਹੈ ਕਿ ਅਸੀਂ ਉਹ 'ਚ ਮਦਦ ਕਰ ਸਕਦੇ ਹਾਂ। ਪਿਛਲੀ ਸਰਕਾਰ ਵੇਲੇ, ਕਿਉਂਕਿ ਉਹ ਨਵੀਂ ਸਰਕਾਰ ਆਈ ਹੈ, ਕਾਫੀ ਸੈਕਟਰੀ ਚੇਂਜ ਹੋਏ ਨੇ ਚੰਡੀਗੜ੍ਹ। ਬਿਲਕੁਲ, ਮੈਨੂੰ ਯਾਦ ਹੈ ਜਦੋਂ ਅਸੀਂ ਉੱਥੇ ਇਵੈਂਟ ਕੀਤਾ ਸੀ ਦਿੱਲੀ, ਉਦੋਂ ਮੇਰੀ ਗੱਲ ਹੋਈ ਸੀ ਸੈਕਟਰੀ ਸਾਹਿਬ, 1-2 ਸੈਕਟਰੀ ਨੇ, ਉਹਨਾਂ ਨੇ ਹਮੇਸ਼ਾ ਹੀ ਜੇ ਕੋਈ ਟਵੀਟ ਕਰਨਾ ਹੋਇਆ ਫਿਰ ਸਪੋਰਟ ਕੀਤੀ, ਸਾਥ ਦਿੱਤੀ। ਜਿਹੜੇ ਐਵੀਏਸ਼ਨ ਦੇ ਜੁਆਇੰਟ ਸੈਕਟਰੀ ਸਨ, ਹਾਲੇ ਵੀ ਹੈਗੇ ਨੇ ਕਈ, ਉਹ ਹੁਣ ਕੁਝ ਜਾਣੇ ਨਵੇਂ ਜਿਹੜੇ ਮੇਨ ਸੈਕਟਰੀ ਆਏ ਨੇ, ਚੇਂਜ ਹੋ ਗਏ ਨੇ ਕਾਫੀ, ਤੇ ਸਾਡਾ ਉਹਨਾਂ ਨਾਲ ਕੰਟੈਕਟ ਨਹੀਂ ਹੋਇਆ। ਪਰ ਜ਼ਰੂਰ ਜੇਕਰ ਸਾਡਾ ਪ੍ਰੋਗਰਾਮ ਉਹਨਾਂ ਤੱਕ ਪਹੁੰਚੇ ਜਾਂ ਕੋਈ ਹੋਵੇ, ਤੇ ਅਸੀਂ ਉਹਨਾਂ ਦੇ ਨਾਲ ਇਹ ਕੰਮ, ਅਸੀਂ ਮਾਨ ਸਾਹਿਬ ਨੂੰ, ਜਿਹੜੇ ਮਾਨਯੋਗ ਮੁੱਖ ਮੰਤਰੀ ਨੇ, ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇਣੀ ਚਾਹਾਂਗੇ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਇੱਕ ਲੈਟਰ ਲਿਖੀਏ 에ਅਰਲਾਈਨਸ ਨੂੰ। ਆਪਾਂ ਇਨਵੈਸਟ ਪੰਜਾਬ ਦੇ ਜਿਹੜਾ ਉਹਨਾਂ ਨੇ ਕਰਵਾਇਆ ਸਮਿਟ, ਉਸੇ ਤਰ੍ਹਾਂ ਇਨਵੈਸਟ ਐਵੀਏਸ਼ਨ ਜਾਂ ਪੰਜਾਬ ਐਵੀਏਸ਼ਨ ਸਮਿਟ ਕਰਵਾਈਏ। ਬਿਲਕੁਲ, ਕਿਉਂਕਿ ਐਵੀਏਸ਼ਨ ਨੂੰ ਅਸੀਂ ਮੰਨਦੇ ਹਾਂ ਕਿ ਡਿਵੈਲਪਮੈਂਟ ਇੰਜਨ ਫॉर ਦਾ ਰੀਜਨ ਹੈਗਾ। ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜਦੀਆਂ ਨੇ, ਇਹਦੇ ਨਾਲ ਐਕਸਪੋਰਟਸ ਜੁੜਦੀਆਂ ਨੇ, ਇਹਦੇ ਨਾਲ ਖੇਤੀਬਾੜੀ ਨੂੰ ਬਹੁਤ ਉਤਸ਼ਾਹ ਮਿਲ ਸਕਦਾ ਹੈ, ਜਿਹਦੇ ਨਾਲ ਬਾਹਰ ਐਕਸਪੋਰਟਸ ਹੋ ਸਕਦੀਆਂ ਨੇ। ਔਰ ਸਾਡੀਆਂ ਹੋਰ ਵੀ, ਕਿਉਂਕਿ ਅਸੀਂ ਲੈਂਡਲੌਕ ਸਟੇਟ ਆ, ਸਾਨੂੰ ਐਕਸਪੋਰਟ ਕਰਨ ਲਈ ਜਾਂ ਤੇ ਜਿਹੜੇ ਸਾਡੀਆਂ ਬੰਦਰਗਾਹ ਨੇ, ਜਾਂ ਗੁਜਰਾਤ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਉੱਥੇ ਜਾਣਾ ਪੈਂਦਾ, ਤੇ ਜਾਂ ਅਸੀਂ ਹਵਾਈ ਰਸਤੇ ਦੇ ਨਾਲ ਇੱਥੋਂ ਐਕਸਪੋਰਟ ਕਰ ਸਕਦੇ ਹਾਂ। ਸੋ ਉਹਨੂੰ ਵਰਤਿਆ ਜਾਏ। ਹਾਂਜੀ, ਨਹੀਂ, ਬਿਲਕੁਲ ਠੀਕ ਆ ਅਨੰਤ। ਉਮੀਦ ਕਰਦੇ ਹਾਂ ਕਿ ਜਿਹੜੀ ਇਹ ਜਾਣਕਾਰੀ ਅਸੀਂ ਫਿਰ ਦੱਸ ਦਈਏ। ਨਿਓਜ਼ 에ਅਰ ਇਟਾਲੀਅਨ ਕੈਰੀਅਰ, ਤੇ ਅਸੀਂ ਸਕਰੀਨ ਤੇ ਦਿਖਾਤਾ ਟੋਰਾਂਟੋ ਪਰ ਨਿਊਯਾਰਕ। ਸੋ 355 ਸਵਾਰੀਆਂ ਉਦਣ ਹੈਗੀਆਂ ਜਹਾਜ਼। ਉਦਣ ਨਿਊਯਾਰਕ ਦੀਆਂ ਕੁਝ ਸਵਾਰੀਆਂ ਵੀ ਜਾਣਗੀਆਂ, ਜੇਕਰ 40-50 ਹੈਗੀਆਂ ਤੇ ਉਹ ਜਹਾਜ਼ ਚੇਂਜ ਕਰਕੇ ਤੇ ਨਿਊਯਾਰਕ ਵਾਲੇ ਜਹਾਜ਼ ਵਿੱਚ। ਤੇ ਮੈਂ ਫਿਰ ਮਾੜੀ ਜੀ ਲਾਸਟ ਟਾਈਮ ਸਕਰੀਨ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਆਨੰਦ। ਮੈਂ ਦਿਖਾਣਾ ਵਾ ਕਿ ਇੱਥੇ ਇਹਨਾਂ ਦੀ ਫਲਾਈਟ ਜਿਹੜੀ ਹੈ ਆਲਰੇਡੀ 3 ਦਿਨ ਹਫਤੇ ਵਿੱਚ, ਜਦੋਂ ਆਪਾਂ ਹੋਮ ਪੇਜ ਜਾਂਦੇ ਹਾਂ, ਆਲਰੇਡੀ ਚੱਲ ਰਹੀ ਹੈ। ਤੇ ਮੇਰੀ ਜਦੋਂ ਗੱਲ ਹੋਈ ਸੀ ਉਹਨਾਂ ਨਾਲ, ਉਹ ਕਹਿੰਦੇ ਆ ਕਿ ਅਸੀਂ ਸਿਰਫ ਜੋੜਨਾ ਹੀ ਹੈ, ਜਿੰਨੀਆਂ ਸਵਾਰੀਆਂ ਜਾਣਗੇ। ਦੇਖੋ ਨਿਊਯਾਰਕ ਮਿਲਾਨ ਆਲਰੇਡੀ ਫਲਾਈਟ ਚੱਲ ਰਹੀ ਹੈ ਉਹਨਾਂ ਦੀ। ਠੀਕ ਹੈ ਜੀ ਗੱਲ। ਤੇ ਟੋਰਾਂਟੋ ਲਈ ਨਵੀਂ ਫਲਾਈਟ ਸ਼ੁਰੂ ਹੋ ਰਹੀ ਹੈ, ਟੋਰਾਂਟੋ ਲਈ ਸਪੈਸ਼ਲੀ ਅੰਮ੍ਰਿਤਸਰ ਲਈ ਉਹ ਜਹਾਜ਼ ਲਾ ਰਹੇ ਨੇ, ਅੰਮ੍ਰਿਤਸਰ ਨੂੰ ਜੋੜਨ ਲਈ। ਉਹ ਅੰਮ੍ਰਿਤਸਰ ਨੂੰ ਜੋੜਨ ਲਈ। ਸੋ ਇਹ ਜਿਹੜਾ ਚੀਜ਼ ਹੈ ਉਹ ਜ਼ਰੂਰ, ਜੇਕਰ, ਕਿਉਂਕਿ ਜੇ
ਨਿਊਯਾਰਕ ਦਾ ਵੀ ਰਿਸਪੌਂਸ ਚੰਗਾ ਮਿਲਦਾ ਤੇ ਆਲਰੇਡੀ ਉਹਨਾਂ ਦੀ ਫਲਾਈਟ ਚੱਲ ਰਹੀ, ਉਹਦੇ ਲਈ ਉਹਨਾਂ ਨੂੰ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਪਏਗੀ, ਜਹਾਜ਼ ਲੈਣਾ ਸਿਰਫ ਜੋੜਨਾ ਵਾ ਅੰਮ੍ਰਿਤਸਰ ਜਹਾਜ਼। ਬਿਲਕੁਲ। ਤੇ ਇਹ ਜਿਹੜੀਆਂ ਚੀਜ਼ਾਂ ਨੇ ਕਾਫੀ ਟੈਕਨੀਕਲ ਨੇ, ਇਹ ਨਹੀਂ ਹੈ ਕਿ ਸਾਰਾ ਰਾਊਟਿੰਗ ਦੇਖਣੀ ਪੈਂਦੀ ਹੈ। ਤੇ ਮੈਨੂੰ ਕੋਈ ਕਿਸੇ ਨੇ ਹੁਣੇ ਹਾਲ ਵਿੱਚ ਦੱਸਿਆ, ਸਾਰੇ ਜਣੇ ਧਿਆਨ ਦੇਣ ਕਿ ਜੇ 6 ਮਹੀਨੇ ਲਈ ਵੀ ਇਹ ਵੱਡਾ ਜਹਾਜ਼ ਲਾਣਾ ਹੋਵੇ ਨਾ ਕਿਸੇ ਨੇ, 에ਅਰਲਾਈਨ ਨੇ, ਜੇ ਆਪਣਾ ਖਰੀਦ ਕੇ ਜਾਂ ਕਿਸ ਤਰ੍ਹਾਂ ਵੀ ਆ, 6 ਮਹੀਨੇ ਲਈ ਤਕਰੀਬਨ 400 ਤੋਂ 500 ਕਰੋੜ, ਬਿਲਕੁਲ 400-500 ਕਰੋੜ ਰੁਪਈਆ। ਸੋ ਇਹ ਡਾਲਰ ਕਿੰਨਾ ਹੈ, ਕਹੀਂ ਕਨਵਰਟ ਕਰ ਸਕਦੇ ਆ। 400-500 ਕਰੋੜ ਰੁਪਈਆ ਇੱਕ ਵੱਡਾ ਅਮਾਉਂਟ ਆ, ਇੰਨਾ ਵੱਡਾ ਅਮਾਉਂਟ ਹੈ। ਤੇ ਮੈਨੂੰ ਹੋਰ ਪਿੱਛੇ ਪਤਾ ਲੱਗੀ ਜੇ ਫਲਾਈਟ ਇੱਕ ਡਿਵਰਟ ਹੋ ਜਾਏ ਤੇ ਕਿੰਨਾ ਖਰਚਾ। ਦੇਖੋ ਜੀ, 150 ਸਵਾਰੀਆਂ ਜੇ ਅਨੰਤ ਅਸੀਂ ਲਾਈਏ, 180 ਸਵਾਰੀਆਂ ਦਾ ਜਹਾਜ਼ ਇਸ ਵੇਲੇ ਜਾ ਰਿਹਾ ਮਿਲਾਨ ਤੋਂ, 180 ਸਵਾਰੀਆਂ ਵਿੱਚੋਂ ਜੇ ਸਾਰੇ ਹੀ ਸਮਝ ਲਓ ਫੈਮਿਲੀ ਨਾ ਹੋਵੇ, ਕੱਲਾ ਬੰਦਾ ਹੋਵੇ, ਤੇ 180 ਕਮਰੇ ਤੁਹਾਨੂੰ ਐਵਰੇਜ 100 ਕਮਰੇ ਲਾ ਕੇ ਚੱਲੋ, ਤੁਸੀਂ 100 ਕਮਰੇ ਤੁਹਾਨੂੰ ਲੈਣੇ ਪੈਣਗੇ ਉਹਨਾਂ ਨੂੰ ਰੱਖਣ ਲਈ। ਜੇ ਫਲਾਈਟ ਡਿਵਰਟ ਹੋ ਜਾਂਦੀ ਹੈ, ਅੰਮ੍ਰਿਤਸਰੋਂ ਕੈਟ 3 ਲੱਗਾ, ਨਹੀਂ ਹੋਈਆਂ, ਇੱਕ ਦਿਨ ਹੋਈ ਸੀ ਬਸ, ਉਹ ਵੀ ਪੰਜਾਬ ਨੇ ਰੌਲਾ ਪਾਤਾ ਕਿ ਜਾਰਜੀਆ ਅਮਰੀਕਾ ਤੋਂ ਫਲਾਈਟ। ਖੈਰ ਇਹ ਮੁੱਦਾ ਨਹੀਂ ਹੈਗਾ, ਪਰ 100 ਬੰਦਾ ਵੀ ਹੋਵੇ ਤੇ ਜੇ 5000 ਰੁਪਏ ਵੀ ਰੇਟ ਲਾਈਏ ਤੇ 5000 ਨੂੰ ਜੇ ਅਸੀਂ 100 ਨਾਲ ਮਲਟੀਪਲਾਈ ਕਰੀਏ ਤੇ 5 ਲੱਖ ਕੇ 6 ਲੱਖ ਰੁਪਏ ਦੇ ਤੇ ਕਮਰੇ ਬਣ ਜਾਂਦੇ ਨੇ। ਬਿਲਕੁਲ। ਤੇ ਬਾਕੀ ਰੋਟੀ ਪਾਣੀ ਦਾ ਰੋਟੀ ਪਾਣੀ ਤੇ ਉਧਰੋਂ ਡਿਵਰਟ ਹੋਈ ਤੇ ਇੱਧਰ ਵੀ ਜੇ ਕੋਈ ਆਏ ਨੇ ਅੰਮ੍ਰਿਤਸਰ, ਅਮਰੀਕਾ ਕੈਨੇਡਾ ਦੇ ਤੇ ਘਰ ਜਾਓ, ਜੇ ਰਸਤੇ ਜਾਏ ਕੋਈ ਪੈਸੇ ਨਹੀਂ ਦਿੰਦੇ। ਬਿਲਕੁਲ। ਉੱਥੇ ਰੌਲਾ ਪਾ ਦਿੰਦੇ ਨੇ, ਚਲੋ ਰੌਲਾ ਪਾਉਂਦੇ ਨੇ ਠੀਕ ਹੈ, ਪਰ ਆਪਣੇ ਪੰਜਾਬੀਆਂ ਨੂੰ ਕੁਝ ਆਰਾਮ ਨਾਲ ਦੀ ਲੋੜ ਹੈ। ਕੋਈ ਸਿਸਟਮ ਹੁੰਦਾ ਹੈ ਕਿ ਇਹ ਨਾ ਸੋਚੋ ਕਿ ਹਰ ਵਾਰ ਰੌਲਾ ਪਾਵਾਂਗੇ ਤੇ ਫਿਰ ਅਗਲੇ ਸੁਣ ਲੈਂਦੇ ਨੇ ਜਾਂ ਕਿਸ ਤਰ੍ਹਾਂ ਵੀ ਆ। ਚਲੋ ਉਸਦਾ ਸੁਣ ਲੈਂਦੇ ਹੁਣ, ਪਰ ਬੜੀ ਹੈਰਾਨੀ ਹੁੰਦੀ ਕਈ ਵਾਰੀ ਅਸੀਂ ਨੈਗੇਟਿਵਿਟੀ ਕਹਿੰਦੇ ਜੀ, ਅਸੀਂ ਆਉਣਾ ਹੀ ਨਹੀਂ ਇੱਥੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ। ਬਿਲਕੁਲ ਜੀ। ਸਮੀਪ ਜੀ, ਤੁਸੀਂ ਅੱਜ ਬਹੁਤ ਵਧੀਆ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਤੇ ਇਹ ਬਾਖੂਬੀ ਦੱਸਿਆ ਕਿ ਨਵੀਂ 에ਅਰਲਾਈਨ ਜੋ ਅੰਮ੍ਰਿਤਸਰ ਨੂੰ ਟੋਰਾਂਟੋ ਦੇ ਨਾਲ ਜੋੜਨ ਜਾ ਰਹੀ ਹੈ ਅਤੇ ਨਿਊਯਾਰਕ ਨਾਲ ਵੀ ਅਸੀਂ ਜੁੜਾਂਗੇ ਅੰਮ੍ਰਿਤਸਰ ਤੋਂ ਮਿਲਾਨ ਦੇ ਰਾਹੀਂ, ਉਸ ਦੀਆਂ ਡਿਟੇਲਸ ਕੀ ਨੇ ਤੇ ਇਸ ਵਿੱਚ ਅੱਗੇ ਜੋ ਆਉਣ ਵਾਲੀਆਂ ਜਾਣਕਾਰੀਆਂ ਉਹ ਦਰਸ਼ਕਾਂ ਨਾਲ ਅਸੀਂ ਸਾਂਝੀਆਂ ਕਰਦੇ ਰਵਾਂਗੇ। ਸੋ ਇੱਦਾਂ ਹੀ ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਨਾਲ। ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਵੈਬਸਾਈਟ ਅਤੇ ਸੋਸ਼ਲ ਮੀਡੀਆ ਤੇ 24 ਘੰਟੇ ਕਦੀ ਵੀ ਜੁੜ ਸਕਦੇ ਹੋ। ਸਾਡੀ ਵੈਬਸਾਈਟ flyamritsar.org, ਸਾਡਾ ਟਵਿੱਟਰ ਹੈਂਡਲ @flyamritsar, ਫੇਸਬੁੱਕ ਤੇ ਵੀ @flyamritsar ਜਾਂ ਅੰਮ੍ਰਿਤਸਰ ਏਅਰਪੋਰਟ ਕਨੈਕਟਿੰਗ ਦਾ ਵਰਲਡ। ਇੱਥੇ ਜਾ ਕੇ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਸਾਡੇ ਤੱਕ ਭੇਜ ਸਕਦੇ ਹੋ ਸਾਡੀ ਈਮੇਲ ਦੇ ਥਰੂ, ਜੋ ਸਾਡੀ ਵੈਬਸਾਈਟ ਤੋਂ ਤੁਹਾਨੂੰ ਮਿਲੇਗੀ। ਤੇ ਸਾਡੇ ਨਾਲ ਇੰਝ ਹੀ ਜੁੜੇ ਰਹੋ। ਆਪ ਸਭ ਦਾ ਇਸ ਸਪੈਸ਼ਲ ਬ੍ਰੌਡਕਾਸਟ ਵੇਖਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।